ਤੁਸੀਂ ਅਭਾਗੇ ਮਾਪੇ ਹੋ ਜਿਹੜੇ ਖੁਸ਼ੀ-ਖੁਸ਼ੀ ਧੀ ਨੂੰ ਭੇਜਿਆ ਇੱਥੋਂ, ਅੱਜ ਲਾਸ਼ ਦੇ ਵੀ ਦਰਸ਼ਨ ਨਹੀਂ ਕਰ ਸਕਦੇ। ਨਹੀਂ ਕਰ ਸਕੇ ਜੀ, ਜਾਂਦੀ ਵਰਦਾ ਮਿਲਿਆ ਹੀ ਮੈਨੂੰ 2 ਸਾਲ ਹੋ ਜਾਣੇ ਆ। ਟੋਰਾਂਟੋ ਨੇ ਹਮਰ ਸਕੂਲ ਦੇ ਵਿੱਚ ਪੜ੍ਹਾਈ ਕਰੀ, ਉੱਥੇ ਆਪਦਾ ਕੋਰਸ ਪੂਰਾ ਕਰਕੇ ਤੇ ਫਿਰ ਵਰਕ ਪਰਮਿਟ ਲਿਆ 3 ਸਾਲ ਦਾ। 3 ਸਾਲ ਦੇ ਵਰਕ ਪਰਮਿਟ ਤੋਂ ਹੁਣ PR ਦੀ ਖਾਤਰ ਮੇਰੀ ਭਤੀਜੀ ਕੋਲੇ ਗਈ ਸੀ ਗਾਹਾਂ। ਉੱਥੋਂ ਭਤੀਜੀ ਕੋਲੇ ਰਹਿੰਦਿਆਂ ਇਹ ਘਟਨਾ ਵਾਪਰੀ। ਉਹਨੇ ਜਾਣਾ ਸੀ ਗਾਹਾਂ, ਮੇਰਾ ਭਤੀਜਾ ਰਹਿੰਦਾ ਸੀ ਬਿੰਨੀ ਬੈਗ, ਉੱਥੇ ਆਈਲੈਟ ਦਾ ਪੇਪਰ ਦੇਣਾ ਸੀ ਜੀ। ਦੁਬਾਰਾ ਜਾਨੀ ਆਈਲੈਟਸ ਦਾ ਪੇਪਰ PR ਵਾਸਤੇ ਉੱਥੇ ਦੇਣਾ? PR ਵਾਸਤੇ ਉੱਥੇ ਦੇਣਾ ਸੀ ਪੇਪਰ ਜੀ। ਉੱਥੇ ਤਾਂ ਉਹ ਤੋਂ ਪਹੁੰਚਿਆ ਗਿਆ ਨਹੀਂ। ਫਿਰ 2 ਮਹੀਨੇ ਬੇਟੀ ਉੱਥੇ ਰਹੀ, ਕੰਮ ਧੰਦਾ ਕਰਦੀ ਰਹੀ ਜਾਂ ਫਿਰ ਘਰ 'ਚ ਹੀ ਰਹੀ ਜੀ? ਕੰਮ ਧੰਦਾ ਵੀ ਕਰਦੀ ਰਹੀ, ਘਰ ਵੀ ਰਹਿੰਦੀ ਸੀ। ਕਦੋਂ ਟਾਈਮ ਮਿਲਦਾ ਸੀ ਕੰਮ 'ਤੇ ਵੀ ਜਾਂਦੀ ਸੀ। ਜਿਹੜੇ ਘਰ ਦੇ ਵਿੱਚ ਡੈਥ ਹੋਈ ਹੈ ਬੇਟੀ ਦੀ, ਉਹ ਘਰ ਕਿਹਨਾਂ ਦਾ ਜੀ? ਉਹ ਘਰ ਮੇਰੀ ਭਤੀਜੀ ਦਾ। ਠੀਕ ਹੈ, ਉਹਨਾਂ ਦੇ ਬੇਸਮੈਂਟ ਰਹਿੰਦੇ ਸੀ? ਹਾਂ, ਉਹਦੀ ਬੇਸਮੈਂਟ 'ਚ ਰਹਿੰਦੇ ਸੀ। ਕਿਹਨਾਂ ਨੂੰ ਪਤਾ ਲੱਗਿਆ, ਕਿਸ ਤਰ੍ਹਾਂ ਪਤਾ ਲੱਗਿਆ ਕਿ ਬੇਟੀ ਦੀ ਡੈਥ ਹੋ ਗਈ, ਇੱਥੇ ਪਈ ਆ? ਉਹ ਕਿਸ ਤਰ੍ਹਾਂ ਪਤਾ ਲੱਗਿਆ? ਪਤਾ ਤਾਂ ਭਤੀਜੀ ਨੂੰ ਲੱਗਿਆ ਜਦੋਂ ਜਾਣਾ ਸੀ, ਉਹਨੇ ਉਸ ਦਿਨ ਜਾਣਾ ਸੀਗਾ। ਉਹ ਕਦੋਂ ਕੰਮ ਤੋਂ ਆਈ ਤਾਂ ਉਹਨੂੰ ਪਤਾ ਲੱਗਿਆ ਵੀ ਘਰੇ ਹੀ ਨਹੀਂ। ਫਿਰ ਉਹਨੇ ਇੱਧਰ ਸਾਨੂੰ ਫੋਨ ਲਾਇਆ। ਫੋਨ ਲਾਉਣ ਤੋਂ ਬਾਅਦ ਫਿਰ ਪੁਲਿਸ ਨੂੰ ਰਿਪੋਰਟ ਦਿੱਤੀ। ਪੁਲਿਸ ਨੇ ਫਿਰ ਉਹਦੀ ਪੈਰਵਾਈ ਕਰਕੇ ਉੱਥੋਂ ਉਹਦੀ ਲਾਸ਼ ਕਢਾਈ ਬੇਸਮੈਂਟ 'ਚੋਂ। ਉਸੇ ਘਰ 'ਚ ਬੇਸਮੈਂਟ ਸੀ? ਉਸੇ ਘਰ ਬੇਸਮੈਂਟ 'ਚ ਲਾਸ਼ ਸੀ ਉਹਦੀ। ਜਿਹੜੇ ਘਰ ਵਿੱਚ ਮੌਤ ਹੋਈ ਆ, ਤੁਸੀਂ ਦੱਸਦੇ ਆ ਕਿ ਭਤੀਜੀ ਦਾ ਘਰ ਆ, ਉਹ ਬੇਸਮੈਂਟ ਦੇ ਵਿੱਚ ਪਹਿਲਾਂ ਕੋਈ ਰਹਿ ਰਿਹਾ ਸੀ ਕਿ ਨਹੀਂ ਜੀ? ਨਹੀਂ, ਉੱਥੇ ਮੇਰੀ ਭਤੀਜੀ ਰਹਿ ਰਹੀ ਸੀ। ਕਿਹੜੇ ਹਾਲਾਤਾਂ 'ਚ ਜਿਹੜੀ ਬੇਟੀ ਦੀ ਲਾਸ਼ ਉੱਥੇ ਪਈ ਸੀ, ਦੱਸਿਆ ਹੋਊਗਾ ਭਤੀਜੀ ਨੇ ਇਸ ਤਰ੍ਹਾਂ ਸੀ? ਕਿਹੜੇ ਹਾਲਾਤਾਂ 'ਚ ਸੀ? ਨਹੀਂ, ਉਹ ਕੁਝ ਨਹੀਂ ਦੱਸਿਆ ਜੀ ਪੁਲਿਸ ਨੇ ਸਾਨੂੰ। ਉਹ ਮੰਗਲਵਾਰ ਨੂੰ ਕਲੀਅਰ ਕਰੂ ਪੁਲਿਸ ਜੀ। ਹਾਲਾਤ ਵੀ ਨਹੀਂ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਸੀ? ਨਾ, ਕੋਈ ਹਾਲਾਤਾਂ ਦਾ ਪਤਾ ਨਹੀਂ ਲੱਗਿਆ, ਕੁਝ ਨਹੀਂ ਲੱਗਿਆ, ਨਾ ਕੁਝ ਪੁਲਿਸ ਨੇ ਦੱਸਿਆ ਜੀ। ਮੰਗਲਵਾਰ ਦਾ ਟਾਈਮ ਹੈ, ਮੰਗਲਵਾਰ ਨੂੰ ਕਲੀਅਰ। ਤੁਹਾਡੇ ਨਾਲ ਲਗਾਤਾਰ ਰਾਬਤਾ ਕਾਇਮ ਰਹਿੰਦਾ ਹੋਊ, ਬੇਟੀ ਫੋਨ ਕਰਦੀ ਰਹਿੰਦੀ ਹੋਊ, ਕੀ ਗੱਲਾਂ ਕਰਦੀ ਸੀ? ਉਸ ਦਿਨ ਵੀ ਗੱਲਬਾਤ ਹੋਈ ਹੋਊ? ਉਦੋਂ 1 ਦਿਨ ਪਹਿਲਾਂ ਗੱਲਬਾਤ ਹੋਈ ਸੀ, ਕੋਈ ਐਸੀ ਗੱਲ ਹੀ ਨਹੀਂ ਸੀ। ਵਧੀਆ ਹੱਸਦੇ ਖੇਡਦੇ ਸੀ, ਰੋਜ਼ ਫੋਨ ਆਉਂਦਾ ਸੀ, ਵੀਡੀਓ ਕਾਲ ਲਾਉਂਦੀ ਸੀ। ਇਹ ਤਾਂ ਕੋਈ ਚੱਕਰ ਹੈ ਹੀ ਨਹੀਂ ਸੀ ਇਹ ਤਾਂ ਚਾਣ ਚੱਕੀ ਕੋਈ ਬਸ ਕੋਈ ਡਿਪਰੈਸ਼ਨ ਦਾ ਸ਼ਿਕਾਰ ਜਾਂ ਕੋਈ ਮਤਲਬ ਹੀ ਨਹੀਂ, ਇਹ ਜੀ ਦਾ ਕੋਈ ਗੱਲ ਹੀ ਹੈ ਨਹੀਂ ਸੀ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ, ਚਾਣ ਚੱਕੀ ਬਸ। ਇਹ ਜਿਹੜੀ ਭੇਦ ਭਰੇ ਹਾਲਾਤਾਂ 'ਚ ਮੌਤ ਹੋਈ ਆ, ਕੀ ਲੱਗਦਾ ਤੁਹਾਨੂੰ ਜੀ? ਇਹ ਮੰਗਲਵਾਰ ਨੂੰ ਕਲੀਅਰ ਹੋ, ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋ ਵੀ ਕੀ ਗੱਲ ਸੀ ਕੀ ਨਾ ਸੀ। ਬੇਟੀ ਨਾਲ ਵੀ ਗੱਲਬਾਤ ਹੁੰਦੀ ਹੋਊ, ਭਤੀਜੀ ਨਾਲ ਹੁੰਦੀ ਹੋਊ, ਕਿ ਉਹ ਕੀ ਸ਼ੱਕ ਜ਼ਾਹਰ ਕਰ ਰਹੀ ਆ? ਕਤਲ ਹੋਇਆ ਜਾਂ ਖੁਦਕੁਸ਼ੀ ਕੀਤੀ ਆ, ਜਾਂ ਕਿਸ ਤਰ੍ਹਾਂ ਲੱਗਦਾ ਪਰਿਵਾਰ ਨੂੰ, ਕਿਸ ਤਰ੍ਹਾਂ ਲੱਗਦਾ ਉੱਥੋਂ ਜਿਹੜਾ ਰਹਿ ਰਿਹਾ ਜੀ? ਨਹੀਂ, ਖੁਦਕੁਸ਼ੀ ਵਾਲਾ ਕਾਰਨ ਤਾਂ ਹੈ ਨਹੀਂ, ਹੈ ਤਾਂ ਕਤਲ ਦਾ ਹੀ ਆ ਮਾਮਲਾ ਤਾਂ ਇਹ। ਯਾਨੀ ਪੁਲਿਸ ਕਲੀਅਰ ਕਰੂ ਹਜੇ ਮੰਗਲਵਾਰ ਨੂੰ। ਪਰ ਉੱਥੇ ਤਾਂ ਕੋਈ ਰੰਜਿਸ਼ ਨਹੀਂ ਹੋ ਸਕਦੀ, ਉੱਥੇ ਕਤਲ ਕਿਉਂ ਕੋਈ ਕਰੂਗਾ ਬੇਟੀ ਦਾ? ਰੰਜਿਸ਼ ਤਾਂ ਨਹੀਂ ਉੱਥੇ। ਸਾਡਾ ਕੁਛ ਕਿਹੜੀ ਮੇਰੀ ਭਤੀਜੀ ਸੀਗੀ, ਉਹਦੇ ਘਰ ਵਾਲੇ ਨਾਲ ਚੱਲ ਰਿਹਾ ਸੀ ਰੌਲਾ। ਉਹ ਅਰੈਸਟ ਵੀ ਕਰਿਆ ਹੋਇਆ ਪੁਲਿਸ ਦਾ। ਉਹ ਹੁਣ ਮੰਗਲਵਾਰ ਨੂੰ ਕਲੀਅਰ ਗੱਲਬਾਤ ਹੋਊ ਸਾਰੀ। ਇਹ ਜਿਹੜੀ ਬੇਟੀ ਕੋਲੇ, ਜਿਹੜੀ ਭਤੀਜੀ ਕੋਲੇ ਬੇਟੀ ਰਹਿ ਰਹੀ ਸੀ, ਉਹਨਾਂ ਦਾ ਆਸਮੇ ਉਹਦੇ ਵਿੱਚ ਹੀ ਉਹਦੇ ਘਰ ਵਾਲੇ ਨਾਲ ਚੱਕਰ ਚੱਲਦਾ ਸੀ, ਰੰਜਿਸ਼ ਚੱਲਦੀ ਸੀ।
ਉਹ ਹੁਣ ਮੰਗਲਵਾਰ ਨੂੰ ਕਲੀਅਰ ਹੋ, ਬੰਦਾ ਫੜਿਆ ਹੋਇਆ ਵੀ ਆ, ਪੁਲਿਸ ਨੇ ਫੜਿਆ ਉਹ, ਫਿਰ ਹੀ ਉੱਥੋਂ ਲੈ ਕੇ ਗਏ ਆ ਉਹ ਕਢਾ ਕੇ ਲਾਸ਼। ਜਿਹੜੀ ਸ਼ੱਕ ਉਹਦੇ ਤੇ ਜ਼ਾਹਰ ਕੀਤਾ ਜਾ ਰਿਹਾ ਕਿ ਹੋ ਸਕਦਾ ਉਹਨੇ ਕਤਲ ਕੀਤਾ ਹੋਵੇ। ਹਾਂ ਹਾਂਜੀ। ਪਰ ਬੇਟੀ ਨਾਲ ਤਾਂ ਕੋਈ ਰੰਜਿਸ਼ ਨਹੀਂ ਹੋ ਸਕਦੀ, ਭਤੀਜੀ ਨਾਲ ਹੋ ਸਕਦੀ ਆ, ਕੋਰਟ ਕੇਸ ਹੋ ਸਕਦਾ, ਪੁਲਿਸ ਹੋ ਸਕਦੀ ਆ, ਕੇਸ ਉਹਨਾਂ ਦਾ ਚੱਲਦਾ ਹੋਊਗਾ ਆਸਮੇ, ਚਲੋ 100 ਲੜਾਈ ਝਗੜੇ ਹੋ ਸਕਦੇ, ਪਰ ਬੇਟੀ ਨਾਲ ਕੀ ਰੰਜਿਸ਼ ਹੋ ਸਕਦੀ? ਬੇਟੀ ਦੱਸਦੀ ਸੀ ਕਿ ਇਸ ਤਰ੍ਹਾਂ ਮੈਨੂੰ ਤੰਗ ਪਰੇਸ਼ਾਨ ਕਰਦਾ ਜਾਂ ਇਸ ਤਰ੍ਹਾਂ ਕੋਈ ਗੱਲਬਾਤ? ਨਹੀਂ, ਐਸੀ ਕੋਈ ਗੱਲ ਨਹੀਂ। ਪੁਲਿਸ ਮੁਤਾਬਕ ਪਤਾ ਲੱਗਿਆ ਵੀ ਇਹ ਬੰਦੇ ਨੇ ਕਤਲ ਕਰਿਆ, ਰਣਵੀਰ ਸਿੰਘ ਨੇ। ਪੁਲਿਸ ਦੇ ਕਹਿਣ ਮੁਤਾਬਕ ਵੀ ਰਣਵੀਰ ਸਿੰਘ ਨੇ ਇਹਦਾ ਕਤਲ ਕਰਿਆ, ਉਹਨਾਂ ਨੇ ਅਰੈਸਟ ਕਰ ਲਿਆ। ਸਾਨੂੰ ਹੁਣ ਮੰਗਲਵਾਰ ਨੂੰ ਕਲੀਅਰ ਪਤਾ ਲੱਗੂ ਵੀ ਕੀ ਗੱਲ ਆ। ਮੰਗਲਵਾਰ ਸਾਰੀ ਗੱਲਬਾਤ ਜਿਹੜੀ ਸਾਹਮਣੇ ਆ ਜਾਣੀ ਹੈ, ਕਲੀਅਰ ਹੋ ਜਾਣਾ। ਹਾਂ ਮੰਗਲਵਾਰ। ਪਰ ਉਹਦੇ ਵਿੱਚ ਕੁਛ ਨਾ ਕੁਛ ਤਾਂ ਮੰਨਿਆ ਹੋਊਗਾ। ਰਣਵੀਰ ਸਿੰਘ ਦੀ ਤੁਸੀਂ ਗੱਲਬਾਤ ਕਰਦੇ ਆ, ਰਣਵੀਰ ਸਿੰਘ ਖੁਦ ਮੰਨ ਗਿਆ ਜੀ ਮੈਂ ਕਤਲ ਕੀਤਾ? ਹਾਂ ਬਿਲਕੁਲ, ਰਣਵੀਰ ਸਿੰਘ ਮੰਨ ਗਿਆ ਮੈਂ ਕਤਲ ਕਰਿਆ। ਉਹੀ ਬੇਸਮੈਂਟ ਚੋਂ ਲਾਸ਼ ਕਢਾ ਕੇ ਲਿਆਇਆ ਜੀ, ਉਹਨੇ ਕਤਲ ਕਰਿਆ। ਜਿਹੜੀ ਜਦੋਂ ਬੇਟੀ ਗੁੰਮ ਹੁੰਦੀ ਆ ਫਿਰ ਪੁਲਿਸ ਕੋਲੇ ਕੰਪਲੇਂਟ ਕੀਤੀ ਜਾਂਦੀ ਹੈ? ਪੁਲਿਸ ਕੋਲੇ ਕੰਪਲੀਟ ਕਰੀ ਹੈ ਮੇਰੇ ਬੇਟੇ ਨੇ। ਉਹਨੇ ਬੇਟੇ ਨੇ ਕੰਪਲੀਟ ਕਰੀ, ਪੁਲਿਸ ਕੋਲੇ ਕੰਪਲੀਟ ਕਰੀ ਸੀ ਵੀ ਐਂ ਕਰਕੇ ਮੇਰੀ ਭੈਣ ਨੇ ਇੱਥੋਂ ਜਾਣਾ ਸੀ ਵੀ ਇਹਦੇ ਕੋਲ ਚਾਬੀਆਂ ਗਈਆਂ ਸਾਰੀਆਂ, ਵੀ ਇਹਦਾ ਪਿੱਛਾ ਕਰਿਆ ਜਾਵੇ, ਇਹਨੂੰ ਫੜਿਆ ਜਾਵੇ। ਪੁਲਿਸ ਨੇ ਉਹ ਕੁਝ ਘੰਟਿਆਂ ਬਾਅਦ ਫੜ ਕੇ ਉਹਨੂੰ ਮਨਾ ਲਿਆ। ਜਿਹੜੀ ਪਹਿਲਾਂ ਹੀ ਸ਼ੱਕ ਜ਼ਾਹਰ ਕੀਤਾ ਜਾਂਦਾ ਸੀ ਉਹਦੇ ਤੇ ਰਣਵੀਰ ਤੇ ਸ਼ੱਕ ਸੀ ਪਹਿਲਾਂ ਹੀ? ਕਦੋਂ ਰਣਵੀਰ ਤੇ ਸ਼ੱਕ ਸੀ, ਮੇਰੀ ਭਤੀਜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਉਹ, ਸ਼ੱਕ ਤਾਂ ਸੀਗਾ ਹੀ ਸੀਗਾ ਸਾਨੂੰ। ਅਕਸਰ ਉਹਦੇ ਨਾਲ ਕਲੇਸ਼ ਕਰਦਾ ਰਹਿੰਦਾ ਸੀ, ਕੁੱਟਦਾ ਮਾਰਦਾ ਰਹਿੰਦਾ ਸੀ, ਘਰੋਂ ਕੱਢਤਾ। ਉਹ ਪੁਲਿਸ ਨੂੰ ਸ਼ਿਕਾਇਤ ਕਰਦੀ ਸੀ, ਪੁਲਿਸ ਵਾਲੇ ਫਿਰ ਉਹਨੂੰ ਪਾਸੇ ਕਰ ਦਿੰਦੇ ਸੀ। ਸ਼ੱਕ ਜ਼ਾਹਰ ਤਾਂ ਹੋਣਾ ਹੀ ਹੋਣਾ ਉਹਦੇ ਤੇ ਜੀ। ਜਿਹੜੇ ਰਣਵੀਰ ਦੀ ਗੱਲ ਕਰਦੇ ਹੋ ਤੁਸੀਂ, ਭਤੀਜ ਜਵਾਈ ਦੀ ਗੱਲ, ਅਲੱਗ ਰਹਿ ਰਿਹਾ ਕਿ ਜਾਂ ਉਸੇ ਘਰ 'ਚ ਹੀ ਰਹਿ ਰਿਹਾ ਜੀ? ਉਹ ਘਰ ਦੇ ਵਿੱਚ ਆਉਂਦਾ ਜਾਂਦਾ ਸੀ, ਰਹਿ ਲੱਗ ਰਿਹਾ ਸੀ। ਪੁਲਿਸ ਅਲੱਗ ਕਰ ਦਿੰਦੀ ਸੀ ਕਦੋਂ ਕੋਈ ਸ਼ਿਕਾਇਤ ਕਰਦਾ ਸੀ। ਜੀ। ਜਿਹੜਾ ਘਰ ਆ ਜੀ ਇਹ ਰਣਵੀਰ ਸਿੰਘ ਨੇ ਖਰੀਦਿਆ ਸੀ ਜਾਂ ਭਤੀਜੀ ਦਾ? ਇਹ ਰਣਵੀਰ ਸਿੰਘ ਦੇ ਹੀ ਖਰੀਦਿਆ ਹੋਇਆ ਸੀ ਪਹਿਲਾਂ ਦਾ, ਵਿਆਹ ਤੋਂ ਬਾਅਦ ਉੱਥੇ ਇਕੱਠੇ ਰਹਿ ਰਹੇ ਸੀ ਇਹ। ਜਿਹੜੀ ਭਤੀਜੀ ਦੀ ਗੱਲ ਕਰਦੇ ਆ, ਇਹਨਾਂ ਦੇ ਬੱਚੇ ਕਿੰਨੇ ਆ ਜੀ ਉੱਥੇ? 2 ਬੱਚੇ ਆ ਇਹਨਾਂ ਦੇ। ਇਹਨਾਂ ਦਾ ਆਸਮੀ ਝਗੜੇ ਦਾ ਕਾਰਨ ਕੀ ਹੈ ਜੀ? ਇਹਨਾਂ ਦੇ ਆਪਸ ਵਿੱਚ ਝਗੜੇ ਦਾ ਕਾਰਨ ਰਣਵੀਰ ਦੀ ਆਪਦੀ ਭਰਜਾਈ ਨਾਲ ਬਣਦੀ ਸੀ। ਉਹ ਉਹਦਾ ਮੁੰਡਾ ਗੋਦ ਲੈਣਾ ਚਾਹੁੰਦਾ ਸੀ ਆਪਦੀ ਭਰਜਾਈ ਦਾ। ਹਾਲਾਂਕਿ ਮੇਰੀ ਭਤੀਜੀ ਦੇ ਵੀ 2 ਬੱਚੇ ਸੀਗੇ। ਇੱਥੋਂ ਇਹਨਾਂ ਦਾ ਅਕਸਰ ਕਲੇਸ਼ ਚੱਲਦਾ ਰਹਿੰਦਾ ਸੀ। ਜੋ ਪੈਸਾ ਟਕਾ ਕਮਾਉਂਦਾ ਸੀ ਉੱਥੇ ਉਹ ਆਪਦੀ ਭਰਜਾਈ ਨੂੰ ਪਾਉਂਦਾ ਸੀ, ਹਰਿਆਣੇ ਭੇਜ ਦਿੰਦਾ ਸੀ ਪੈਸਾ ਟਕਾ, ਉੱਥੇ ਬਸ ਉਹਨਾਂ ਦਾ ਕਲੇਸ਼ ਰਹਿੰਦਾ ਸੀ। ਪਰ ਆਸਮੇ ਜਿਹੜਾ ਕਲੇਸ਼ ਸੀਗਾ, ਦੋਨੇ ਪਤੀ ਪਤਨੀ ਦਾ ਕਲੇਸ਼ ਸੀਗਾ, ਤੁਹਾਡੀ ਭਤੀਜੀ ਤੇ ਭਤੀਜ ਜਵਾਈ ਦਾ ਕਲੇਸ਼ ਸੀ, ਪਰ ਜਾਨ ਧੀ ਦੀ ਜਾਂਦੀ ਆ। ਜਾਨ ਜਿਹਨੂੰ ਪਤਾ ਵੀ ਨਹੀਂ ਕਿ ਮੇਰੇ ਨਾਲ ਆ ਹੋ ਜਾਣਾ, 2 ਮਹੀਨੇ ਉੱਥੇ ਵਧੀਆ ਰਹਿੰਦੀ ਆ, ਕੰਮ ਤੇ ਜਾਂਦੀ ਆ, ਪਰ ਆਖਰੀ ਦਿਨ ਜਦੋਂ ਜਾਣਾ ਸੀ ਉਹਦੀ ਮੌਤ ਹੋ ਜਾਂਦੀ ਹੈ। ਕੀ ਕਾਰਨ ਹੈ ਕਿ ਉਸ ਬੰਦੇ ਨੂੰ ਪਤਾ ਸੀ ਕਿ ਇਹਨੇ ਜਾਣਾ? ਉਹ ਬੰਦੇ ਨੂੰ ਪਤਾ ਹੋਊਗਾ ਤਾਂ ਫੇਰ ਹੀ ਇਹ ਗੱਲ ਹੋਈ ਹੈ। ਇਹ ਜਾਣੀ ਸਾਨੂੰ ਤਾਂ ਮੰਗਲਵਾਰ ਨੂੰ ਕਲੀਅਰ ਹੋ ਜਾਣੀ, ਹਜੇ ਪੁਲਿਸ ਨੇ ਕੁਝ ਨਹੀਂ ਦੱਸਿਆ। ਇਹਦਾ ਕਾਰਨ ਬਸ ਇਹਦੀ ਭਰਜਾਈ ਆ ਗਈ ਕੈਂਥਲ ਦੇ ਪਰਲੇ ਪਾਸੇ ਹਰਿਆਣੇ 'ਚ। ਅਕਸਰ ਲੜਾਈ ਹੁੰਦੀ ਰਹਿੰਦੀ। ਅਸੀਂ ਵੀ 1-2 ਵਾਰੀ ਗਏ ਆ ਉੱਥੇ ਵੀ ਤੁਸੀਂ ਉਹਨੂੰ ਸਮਝਾਓ ਭਾਈ, ਪਰ ਨਾ ਸਮਝਣ ਵਾਲਾ ਕੰਮ ਸੀ ਨਾ। ਭਤੀਜੀ ਪਹਿਲਾਂ ਗਈ ਸੀ ਜਾਂ ਭਤੀਜ ਜਵਾਈ ਗਿਆ ਸੀ ਜੀ? ਨਹੀਂ, ਭਤੀਜ ਜਮਾਈ ਤਾਂ ਪਹਿਲਾਂ ਹੀ ਸੀ ਉੱਥੇ। ਭਤੀਜੀ ਦੀ ਮੈਰਿਜ ਬਚ ਕਰੀ ਸੀ। ਮੈਰਿਜ ਬੇਸ ਤੇ ਗਈ ਸੀ ਭਤੀਜੀ? ਮੈਰਿਜ ਕਰਾ ਕੇ ਗਈ ਸੀ। ਹਾਂ। ਤੁਹਾਡੀ ਬੇਟੀ 4 ਸਾਲ ਹੋ ਗਏ ਗਈ ਨੂੰ ਜੀ, ਵਰਕ ਪਰਮਿਟ ਮਿਲ ਗਿਆ ਸੀ, ਪੀਆਰ ਮਿਲਣੀ ਸੀ, ਪਾਤੀ ਸੀ ਜਾਂ ਪਾਉਣੀ ਸੀ? ਪੀਆਰ ਪਾਉਣੀ ਸੀ। ਵਰਕ ਪਰਮਿਟ ਮਿਲਿਆ ਬਈ, ਪੀਆਰ ਪਾਉਣੀ ਸੀ। ਪੀਆਰ ਦਾ ਕਾਰਨ ਹੀ ਉੱਥੇ ਗਈ ਸੀ। ਵਕੀਲ ਨਾਲ ਗੱਲਬਾਤ ਹੋਈ ਸੀ, ਬਸ ਆ ਪੇਪਰ ਦੇ ਕੇ ਐਜੈਕਟ ਦਾ ਪੀਆਰ ਪੈਣੀ ਸੀ, ਉਦੋਂ ਪਹਿਲਾਂ ਪਾਉਣਾ ਵਰਤ ਗਿਆ। ਅਕਸਰ ਹੀ ਮਾਪੇ ਜਿਹੜੇ ਹੁੰਦੇ ਆ ਬੱਚਿਆਂ ਦੇ ਪਿੱਛੇ ਚਲੇ ਜਾਂਦੇ ਆ। ਜਦੋਂ ਬੱਚੇ 2 ਸਾਲ ਬਾਅਦ ਨਾ ਸਟੱਡੀ ਪੂਰੀ ਹੁੰਦੀ ਆ, ਬੱਚੇ ਬੁਲਾ ਲੈਂਦੇ ਆ, ਚਾਹੇ ਡਿਗਰੀ ਹੋਵੇ, ਚਾਹੇ ਬਰਥਡੇ ਹੋਵੇ, ਚਾਹੇ ਉੱਦਾਂ ਦਾ ਪ੍ਰੋਗਰਾਮ ਹੋਵੇ। ਤੁਹਾਨੂੰ ਮੌਕਾ ਮਿਲਿਆ, ਤੁਸੀਂ ਗਏ ਜੀ? ਨਹੀਂ, ਮੈਂ ਨਹੀਂ ਗਿਆ, ਮੇਰੇ ਘਰ ਵਾਲੀ ਗਈ ਸੀਗੀ। ਉਹ 2-3 ਮਹੀਨੇ ਲਾ ਕੇ ਆਈ ਆ ਉੱਥੇ। ਮੈਂ ਨਹੀਂ ਗਿਆ, ਘਰ ਵਾਲੀ ਜਾ ਕੇ ਆਈ ਆ। ਉਦੋਂ ਤੁਹਾਡੀ ਵਾਈਫ ਗਈ ਆ, ਬੱਚੀ ਕੋਲੇ ਗਈ ਆ। ਰਣਵੀਰ ਦਾ ਕਿਸ ਤਰ੍ਹਾਂ ਵਤੀਰਾ ਸੀ? ਰਣਵੀਰ ਨੂੰ ਮਿਲੇ ਸੀ? ਨਹੀਂ, ਉਹ ਲੱਗ ਰਹਿ ਰਹੇ ਸੀ, ਉਹਨਾਂ ਕੋਲ ਨਹੀਂ ਗਏ। ਟੋਰਾਂਟੋ ਰਹਿ ਰਹੇ ਸੀ ਇਹ ਬੱਚੇ ਮੇਰੇ। ਬੇਟਾ ਵੀ ਉੱਥੇ ਸੀ ਤੇ ਬੇਟੀ ਵੀ ਉੱਥੇ ਸੀ, ਇਹਨਾਂ ਕੋਲੇ ਰਹਿ ਕੇ ਆਈ ਆ, ਉਹਦੇ ਕੋਲੇ ਨਹੀਂ ਅਸੀਂ ਰਹੇ। ਕਦੇ ਬੇਟੀ ਨੇ ਗੱਲ ਸ਼ੇਅਰ ਕੀਤੀ ਸੀ ਕਿ ਰਣਵੀਰ ਮੈਨੂੰ ਤੰਗ ਕਰਦਾ ਜਾਂ ਬੋਲਦਾ ਜਾਂ ਇਦਾਂ ਕੋਈ ਹਾਲਾਤ ਉੱਥੋਂ ਦੇ ਦੱਸੇ ਸੀ ਜੀ? ਬਿਲਕੁਲ ਨਹੀਂ, ਕੋਈ ਗੱਲਬਾਤ ਨਹੀਂ ਕੋਈ ਗੱਲ। ਪਰ ਬੇਟੀ ਨੇ ਆਪ ਕਦੋਂ ਆਉਣਾ ਸੀਗਾ ਜੀ? ਹੁਣ ਤਾਂ ਚਲੋ ਅੱਗੇ ਚੱਲੀ ਸੀ, ਇੱਥੇ ਆਉਣ ਬਾਰੇ ਕੀ ਪਲੈਨਿੰਗ ਸੀ ਉਹਨਾਂ ਦੀ? ਇੱਥੇ ਮੈਂ ਪੀਆਰ ਪਾ ਕੇ ਆਉਣਾ ਸੀ ਇੱਥੇ। ਪਿਛਲੇ ਸਾਲ ਅਸੀਂ ਆਖਿਆ ਸੀ ਵੀ ਆ ਜਾ ਲਾ ਜਾ 2-4 ਮਹੀਨੇ, ਤੇ ਕਹਿੰਦੀ ਵੀ ਨਹੀਂ, ਵੀ ਮੈਂ ਪੀਆਰ ਪਾ ਕੇ ਹੀ ਆਉਣਾ। 4 ਸਾਲਾਂ ਦੇ ਵਿੱਚ ਕੋਈ ਸਮਾਂ ਮਿਲਿਆ ਆਉਣ ਦਾ ਇੱਥੇ ਜੀ? ਨਹੀਂ, ਅਸੀਂ ਬੁਲਾਈ ਸੀ ਪਰ ਆਈ ਨਹੀਂ,
ਕਹਿੰਦੀ ਵੀ ਮੈਂ ਪੀਆਰ ਪਾ ਕੇ ਆਉਂ, ਵੀ ਹੁਣ ਕਾਹਦੀ ਖਾਤਰ 10-20 ਦਿਨਾਂ ਦੀਆਂ ਛੁੱਟੀਆਂ ਮਿਲਦੀਆਂ ਸੀਗੀਆਂ, ਫਿਰ ਉਹ ਆਈ। ਚਲੋ ਇੱਕ ਵਾਰ ਇੱਥੋਂ ਬੇਟੀ ਚਲੀ ਗਈ ਜੀ, ਨਾ ਪਰਿਵਾਰ ਨੇ ਕਦੇ ਸੋਚਿਆ ਹੋਣਾ, ਨਾ ਬੇਟੀ ਨੇ ਕਦੇ ਸੋਚਿਆ ਹੋਣਾ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਗਏ। ਬੜੇ ਸੁਪਨੇ ਉਹਨੇ ਵਿਚਾਰੀ ਨੇ ਬੁਣੇ ਹੋਣੇ। ਕੀ ਸੁਪਨੇ ਕੀ ਸੀ ਉਹਦੇ, ਕੀ ਸੋਚ ਸੀ ਜੀ ਉਸ ਬੱਚੀ ਦੀ? ਸੋਚ ਤਾਂ ਬੱਚਿਆਂ ਦੀ ਹੁੰਦੀ ਆ, ਸਾਰੇ ਬੱਚਿਆਂ ਦੀ ਹੁੰਦੀ ਆ ਵੀ ਮੈਂ ਆਪਦੇ ਮਾਂ-ਬਾਪ ਨੂੰ ਇੱਧਰ ਸੱਦੂ, ਮੈਂ ਤਰੱਕੀ ਕਰਾਂ, ਪੀਆਰ ਪਾਵਾਂ, ਪੱਕੀ ਹੋਵਾਂ। ਉਹ ਸੁਪਨੇ ਤਾਂ ਹੁਣ ਵਿੱਚ ਹੀ ਰਹਿ ਗਏ ਸਾਰੇ। ਬੇਟਾ ਵੀ ਤੁਹਾਡਾ ਉੱਥੇ ਬਾਹਰ ਆ ਜੀ? ਬੇਟਾ ਵੀ ਮੇਰਾ ਬਾਹਰ ਆ, ਉੱਥੇ ਹੀ ਆ। ਨਾਲ ਹੀ ਰਹਿ ਰਿਹਾ? ਉਹ ਨਹੀਂ, ਟੋਰਾਂਟੋ ਰਹਿ ਰਿਹਾ। ਬੇਟਾ ਪੀਆਰ ਆ ਜਾਂ ਫਿਰ ਉਹ ਵੀ ਸਟੱਡੀ ਕਰ ਰਿਹਾ? ਉਹ ਵੀ ਹਜੇ ਵਰਕ ਪਰਮਿਟ ਤੇ ਆ, ਵਰਕ ਪਰਮਿਟ ਲਿਆ ਹੋਇਆ ਉਹਦਾ ਵੀ। ਚਲੋ ਮੰਗਲਵਾਰ ਨੂੰ ਜੋ ਵੀ ਤੱਥ ਸਾਹਮਣੇ ਆਉਣਗੇ, ਪਰ ਇਸ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਨਸਾਫ ਲਈ? ਜੋ ਵੀ ਬੇਟੀ ਦਾ ਕਾਤਲ ਹੈ, ਕੀ ਹੋਣਾ ਚਾਹੀਦਾ ਜੀ? ਬੇਟੀ ਦਾ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਘੱਟ ਤੋਂ ਘੱਟ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ। ਮੇਰੀ ਬੱਚੀ ਦਾ ਕੀ ਕਸੂਰ ਸੀ? ਉੱਧਰਲੀਆਂ ਸਰਕਾਰਾਂ ਦੇ ਮੁਤਾਬਕ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਉਹਨੂੰ। ਆਪਣੇ ਪੰਜਾਬ 'ਚ ਕਹਿੰਦੇ ਸੀ ਸਾਡੇ ਬੱਚੇ ਸੇਫ ਨਹੀਂ, ਆਪਾਂ ਡਰਦੇ ਮਾਰੇ ਤੋਂ ਭੇਜੀ ਜਾਂਦੇ ਆ। ਕੋਈ ਬੱਚੇ ਨਸ਼ਿਆਂ ਦੇ ਰਾਹ ਅਖਤਿਆਰ ਕਰਦਾ, ਕੋਈ ਹਾਲਾਤ ਮਾੜੇ ਨੇ ਇੱਥੇ ਪੰਜਾਬ ਦੇ ਲੋਕ ਕਹਿੰਦੇ ਆ, ਡਰਦੇ ਮਾਪੇ ਉੱਥੇ ਭੇਜੀ ਜਾਂਦੇ। ਪਰ ਜੇ ਉੱਥੇ ਵੀ ਇਹੋ ਜਿਹਾ ਕੁਝ ਹੋਣ ਲੱਗ ਗਿਆ, ਕੀ ਬਣੂਗਾ ਜੀ? ਮੈਨੂੰ ਤਾਂ ਪੰਜਾਬ ਨੂੰ ਵੀ ਉੱਥੋਂ ਦੇ ਹਾਲਾਤ ਮਾੜੇ ਲੱਗਦੇ ਆ। ਐਡਾ ਵੱਡਾ ਭਾਣਾ ਵਰਤ ਗਿਆ। ਦੇਖੋ ਹੁਣ ਸਰਕਾਰਾਂ ਦੇ ਮੁਤਾਬਕ ਵੀ ਕੀ ਉਹਨੂੰ ਸਜ਼ਾ ਮਿਲਦੀ ਹੈ, ਕੀ ਨਾ ਮਿਲਦੀ ਹੈ। ਜੀ ਬਿਲਕੁਲ ਜੀ। ਇਹ ਸੁਮਨਦੀਪ ਜੋ ਬੇਟੀ ਦਾ ਕਤਲ ਹੋਇਆ, ਉੱਥੇ ਉਹਨਾਂ ਦੇ ਬਾਪ ਜਸਪਾਲ ਸਿੰਘ ਆ, ਜੋ ਸ਼ੱਕ ਜ਼ਾਹਰ ਕਰਦੇ ਕਿ ਰਣਵੀਰ ਸਿੰਘ ਨੇ ਕਤਲ ਕੀਤਾ, ਜੋ ਕਿ ਇਹਨਾਂ ਦਾ ਭਤੀਜ ਜਵਾਈ ਆ। ਇਹਨਾਂ ਦੀ ਭਤੀਜੀ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਲੜਾਈ ਝਗੜਾ ਉਹਨਾਂ ਦਾ ਰਹਿੰਦਾ ਸੀ, ਅਲੱਗ ਰਹਿ ਰਿਹਾ। ਸ਼ੱਕ ਜ਼ਾਹਰ ਕੀਤਾ ਜਾ ਰਿਹਾ, ਪੁਲਿਸ ਨੇ ਪਕੜ ਲਿਆ, ਉਹਨੂੰ ਫੜ ਲਿਆ, ਗ੍ਰਿਫਤਾਰ ਕਰ ਲਿਆ। ਪਰ ਮੰਗਲਵਾਰ ਨੂੰ ਉਹ ਜਿਹੜਾ ਸਾਰਾ ਉਸ ਕੇਸ ਨੂੰ ਲੈ ਕੇ ਪੁਲਿਸ ਕਲੀਅਰ ਕਰੇਗੀ ਕਿ ਅਸਲ ਜਿਹੜਾ ਕਾਤਲ ਹੈ ਰਣਵੀਰ ਸਿੰਘ ਆ ਜਾਂ ਇਸ ਪਿੱਛੇ ਕੋਈ ਹੋਰ ਵੀ ਹੈ। ਤਾਂ ਦਰਸ਼ਕੋ, ਕੈਨੇਡਾ ਦੇ ਸ਼ਹਿਰ ਸਕੈਚਵਨ 'ਚ ਜੋ ਲੜਕੀ ਸੁਮਨਦੀਪ ਕੌਰ ਦਾ ਕਤਲ ਹੋਇਆ, ਉਸਦੇ ਬਾਪ ਨਾਲ ਗੱਲਬਾਤ ਕੀਤੀ ਆ। ਮਾਤਾ ਹਰਦੀਪ ਕੌਰ ਸਾਡੇ ਨਾਲ ਨੇ। ਭੈਣੇ, ਦੁੱਖ ਬਹੁਤ ਵੱਡਾ, ਕਿਸੇ ਕੀਮਤ 'ਤੇ ਬੱਚੀ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ। ਪਰ ਤੁਹਾਡੀ ਲਾਸਟ ਟਾਈਮ ਬੇਟੀ ਨਾਲ ਗੱਲ ਕਦੋਂ ਹੋਈ ਸੀ? ਇੱਕ ਦਿਨ ਪਹਿਲਾਂ ਹੋਈ ਸੀ, ਰਾਤ ਨੂੰ ਸ਼ਾਮ ਨੂੰ ਚਾਹ ਪੀ ਜਾਂਦੀ ਸੀ, ਬੈਠੀ ਬਿਸਕੁਟ ਖਾਂਦੀ ਸੀ। ਇੱਧਰਲੇ ਪਾਸੇ ਮੁੰਡਾ ਬੈਠਾ ਸੀ, ਇੱਕ ਪਾਸੇ ਕੁੜੀ ਬੈਠੀ ਸੀ ਸੋਫੇ ਤੇ। ਵੀਡੀਓ ਕਾਲ ਕੀਤੀ? ਹਾਂਜੀ, ਵੀਡੀਓ ਕਾਲ ਕੀਤੀ ਸੀਗੀ। ਅਸੀਂ ਉਹਨੂੰ ਪੁੱਛਿਆ ਵੀ ਤੂੰ ਕਿੰਨੇ ਵਜੇ ਜਾਣਾ? ਕਹਿੰਦੀ ਮੰਮੀ ਮੈਂ ਸਵੇਰ 7 ਵਜੇ ਜਾਣਾ, ਮੈਂ ਟ੍ਰੇਨ ਤੇ ਨਹੀਂ ਜਾਣਾ, ਮੈਂ ਜਹਾਜ਼ ਤੇ ਜਾਣਾ। ਮੈਂ ਕਿਹਾ ਠੀਕ ਆ ਜੀ, ਮੈਂ ਤੇਰੀ ਮਰਜ਼ੀ ਆ, ਠੀਕ ਆ। ਕਹਿੰਦੀ ਮੰਮੀ ਮੈਂ ਘੰਟੇ 'ਚ ਪੋਪੀ ਕੋਲੇ ਚਲੀ ਜਾਣਾ ਗਾ, 1 ਘੰਟਾ ਲੱਗਣਾ ਇੱਥੋਂ। ਮੇਰੇ ਨਾਲ ਇੰਨੀ ਗੱਲ ਕਰਕੇ ਜਵਾਕਾਂ ਨਾਲ ਖੇਡਣ ਲੱਗ ਗਈ। ਆਹ ਤੁਹਾਡੀ ਨਾਨੀ ਆ, ਇਹਦੇ ਨਾਲ ਗੱਲ ਕਰ ਲਓ, ਇਹਨੂੰ ਸਤਿ ਸ੍ਰੀ ਅਕਾਲ ਬੁਲਾ ਦਿਓ। ਫਿਰ ਸਫਾਈਆਂ ਕਰਨ ਲੱਗ ਗਈ ਘਰੇ ਜਾ ਕੇ। ਮੈਨੂੰ ਦਿਸੀ ਜਾਂਦੀ ਆ। ਮੈਂ ਕਿਹਾ ਤੂੰ ਕੀ ਕਰਦੀ ਆ ਸਮਨ? ਕਹਿੰਦੀ ਮੈਂ ਮੰਮਾ ਸਫਾਈਆਂ ਕਰ ਰਹੀ ਹਾਂ। ਮੈਂ ਕਿਹਾ ਉਦੋਂ ਬਾਅਦ ਕੀ ਕਰਨਾ? ਕਹਿੰਦੀ ਉਦੋਂ ਬਾਅਦ ਅਸੀਂ ਰੋਟੀ ਪਾਣੀ ਬਣਾਉਣਾ ਗਾ। ਫਿਰ ਫੋਨ ਕੱਟ ਗਈ, ਕਹਿੰਦੀ ਮੈਂ ਸਫਾਈਆਂ ਕਰਦੀ ਹਾਂ ਮੰਮਾ, ਮੈਂ ਪੋਪੀ ਕੋਲੇ ਜਾ ਕੇ ਫੋਨ ਲਾਉਂਗੀ ਤੈਨੂੰ। ਇੰਨੀ ਗੱਲ ਕਰੀ ਆ। ਕਿੰਨਾ ਟਾਈਮ ਗੱਲਬਾਤ ਕਰਦੀ ਰਹੀ ਬੇਟੀ? ਮੇਰੇ ਨਾਲ 1/2 ਘੰਟਾ ਗੱਲ ਕਰੀਏ, ਪਹਿਲਾਂ ਆਪਦੇ ਡੈਡੀ ਨਾਲ ਕਰੀ, ਫਿਰ ਮੇਰੇ ਨਾਲ ਕਰੀ। ਕਿਸ ਤਰ੍ਹਾਂ ਦੀ ਗੱਲਬਾਤ ਕਰਦੀ ਸੀ ਇਸ ਤੋਂ ਇਲਾਵਾ ਕੋਈ? ਖੁਸ਼ ਹੋ ਕੇ ਗੱਲ ਕਰਦੀ ਸੀ, ਕੋਈ ਉਹ ਨਾਰਾਜ਼ ਨਹੀਂ ਸੀ ਹੁੰਦੀ ਜਾਂ ਕੋਈ ਆਏ ਨਹੀਂ ਸੀ ਕਹਿੰਦੀ ਵੀ ਮੈਨੂੰ ਆਹ ਤਕਲੀਫ ਆ, ਕੁਛ ਨਹੀਂ ਸੀ ਕਹਿੰਦੀ। ਚਿਹਰੇ ਤੇ ਰੌਣਕ ਸੀ? ਹਾਂਜੀ, ਪੂਰੀ ਖੁਸ਼ ਸੀ, ਜਵਾਕਾਂ ਨਾਲ ਖੇਡੀ ਜਾਂਦੀ ਸੀਗੀ। ਇੱਕ ਉੱਧਰ ਬੈਠਾ ਸੀ, ਇੱਕ ਉੱਧਰ ਬੈਠਾ ਸੀਗਾ। ਲੱਗਦਾ ਸੀ ਭੈਣੇ ਉਹਦੀ ਕੁਛ ਚਿਹਰੇ ਤੇ ਇਦਾਂ ਝਲਕਦਾ ਸੀ ਵੀ ਉਦਾਂ ਉਹਦੇ ਨਾਲ ਹੋਣ ਵਾਲਾ? ਨਹੀਂ ਜੀ ਨਹੀਂ, ਉਹਦੇ ਰੱਬ ਯਾਦ ਨਹੀਂ ਸੀ ਉਸ ਟਾਈਮ ਵੀ ਮੇਰੇ ਨਾਲ ਆਹ ਗੱਲ ਹੋ ਜੂਗੀ, ਕੋਈ ਪਤਾ ਨਹੀਂ ਸੀ ਉਹਨੂੰ। ਖੁਸ਼ੀ ਖੁਸ਼ੀ ਗੱਲਾਂ ਕਰਦੀ ਸੀ, ਕੋਈ ਪਤਾ ਨਹੀਂ ਸੀ ਉਹਨੂੰ। ਬੱਚਿਆਂ ਨਾਲ ਹੱਸੀ ਜਾਂਦੀ ਸੀ, ਮੇਰੇ ਨਾਲ ਹੱਸੀ ਜਾਂਦੀ ਸੀ। ਜਿਹੜੀ ਕੁੜੀ ਕੋਲੇ ਗਈ ਹੋਈ ਸੀ ਉਹਦੇ ਨਾਲ ਹੱਸੀ ਜਾਂਦੀ ਸੀ, ਉਹਦੇ ਨਾਲ ਮੇਰੀ ਗੱਲ ਵੀ ਕਰਾਈ ਆ। ਮੈਂ ਉਹ ਵੱਡੀ ਕੁੜੀ ਨਾਲ ਜਦੋਂ ਗੱਲ ਕਰੀ, ਮੈਂ ਕਿਹਾ ਵੀ ਇਹਨੇ ਪੋਪੀ ਕੋਲੇ ਜਾਣਾ ਗਾ, ਵੀ ਇਹਦੇ ਮੂੰਹ ਤੇ ਮਾਸਕ ਚੜਾ ਕੇ ਤੇ ਵੀ ਹੱਥਾਂ ਤੇ ਦਸਤਾਨੇ ਪਵਾ ਕੇ। ਵੱਡੀ ਕੁੜੀ ਕਹਿੰਦੀ ਠੀਕ ਆਂਟੀ, ਮੈਂ ਐਂ ਕਰੂੰਗੀ, ਵੀ ਸਾਨੂੰ ਟਿਕਟ ਵਾਲਿਆਂ ਨੇ ਵੀ ਇਹ ਗੱਲ ਕਹੀ ਹੈਗੀ। ਫਿਰ ਮੈਂ ਜਾ ਕੇ ਕਿਹਾ ਵੀ ਜਿਹੜੇ ਮੁੰਡਾ ਸਾਡਾ ਲੈਣ ਆਉਣਾ, ਉਹਦੀ ਕੁੜੀ ਆ, ਛੋਟੀ ਜਿਹੀ ਬੇਟੀ। ਮੈਂ ਕਿਹਾ ਉਹ ਮੰਨਤ ਨੂੰ ਜਾ ਕੇ ਤੂੰ ਹੱਥ ਨਹੀਂ ਲਾਉਣਾ ਹੈਗਾ। ਮੈਂ ਕਿਹਾ ਉਹ ਛੋਟੀ ਆ। ਕਹਿੰਦੀ ਮੰਮਾ ਮੈਨੂੰ ਪਤਾ, ਮੈਂ ਨਹੀਂ ਲਾਉਣਾ ਗਾ। ਇੰਨੀਆਂ ਗੱਲਾਂ ਕਰਦੀ ਸੀ ਮੈਨੂੰ। ਕਹਿੰਦੇ ਤੁਸੀਂ ਵੀ ਜਾ ਕੇ ਆਏ ਹੋ, ਕੈਨੇਡਾ ਰਹੇ ਹੋ, ਉੱਥੇ ਬੇਟੀ ਕੰਮ ਧੰਦਾ ਕਰਦੀ ਹੋ, ਕਿਸ ਤਰ੍ਹਾਂ ਦੇ ਉਹਦੇ ਸੁਪਨੇ ਸੀ ਵਿਚਾਰੀ ਦੇ? ਕੀ ਕਹਿੰਦੀ ਸੀ ਵੀ ਤੁਹਾਨੂੰ ਵੀ ਮੈਂ ਲੈ ਜਾਣਾ, ਉੱਥੇ ਰੱਖ ਲੈਣਾ, ਇਕੱਠਾ ਪਰਿਵਾਰ ਰਵਾਂ? ਕਿੱਦਾਂ ਦੀ ਗੱਲਾਂ ਬਾਤਾਂ ਕਰ?
ਮੇਰੇ ਨਾਲ ਇਹ ਗੱਲ ਕਰਦੀ ਸੀ, ਮੰਮੀ ਐਤਕੀ ਮੈਂ ਸੋਡਾ ਬਣਾ ਲਿਆ, ਪ੍ਰਦੀਪ ਦਾ ਬਣਾ ਲਿਆ, ਮੈਂ ਜਦ PR ਹੋ ਕੇ ਆਊਂ ਤੁਹਾਡੇ ਕੋਲ ਆਊਂਗੀ, ਜਦੋਂ ਮੈਂ ਆਪਦੇ ਡੈਡੀ ਦਾ ਬਣਾ ਕੇ ਤੁਹਾਨੂੰ ਇਕੱਠਿਆਂ ਨੂੰ ਟਿਕਟ ਲਵਾਂਗੀ, ਇਕੱਠਿਆਂ ਨੂੰ ਬੁਲਾਉਂਗੀ। ਹੁਣ ਡੈਡੀ ਦਾ ਔਖਾ ਬਹੁਤ ਆ ਰੋਟੀ ਦਾ, ਤੁਸੀਂ ਵਾਪਸ, ਮੈਂ 2 ਮਹੀਨਿਆਂ ਦੀ ਟਿਕਟ ਲਈ ਸੀਗੀ, ਕਹਿੰਦੀ ਹੁਣ ਮੈਂ 2 ਮਹੀਨੇ ਹੀ ਰੱਖੂ। ਇਹ ਮੈਨੂੰ ਕਹਿੰਦੇ ਸੀ, ਮੈਂ ਵੀ ਢਿੱਲੇ ਹੋ ਗਏ, ਮਹੀਨੇ ਤੋਂ ਵਾਪਸ ਮੁੜਿਆ। ਮੈਂ ਡੈਡੀ ਕਹਿੰਦੀ ਵਾਪਸ ਨਹੀਂ ਮੁੜਨ ਦੇਣੀ, ਮੇਰੇ ਕੋਲੇ ਮਸਾਂ ਆਈ ਆ ਮੇਰੀ ਮਾਂ, ਮੈਂ 2 ਮਹੀਨੇ ਰੱਖੂੰਗੀ, ਉਦੋਂ ਬਾਅਦ ਨਹੀਂ। ਫਿਰ ਮੈਨੂੰ ਇਹ ਕਹਿੰਦੀ ਸੀ, ਮੰਮੀ ਡੈਡੀ ਦੀ ਰੋਟੀ ਦਾ ਔਖਾ ਗਾ, ਵੀ ਡੈਡੀ ਬਿਮਾਰ ਹੋ ਗਏ ਆ ਗਏ, ਵੀ ਤੂੰ ਚਲੀ ਜਾਈਂ। ਏਅਰਪੋਰਟ ਤੱਕ ਮੈਨੂੰ ਛੱਡ ਕੇ ਗਈ ਆ, ਖੁਸ਼ੀ ਖੁਸ਼ੀ ਛੱਡ ਕੇ ਗਈ ਆ ਉਹਨੂੰ। ਹੁਣ ਵੀ ਮੈਨੂੰ ਕਿਤੇ ਕਿਤੇ ਕਹਿ ਦਿੰਦੀ ਸੀ, ਮੰਮਾ ਮੈਂ ਤੇਰੀ ਟਿਕਟ ਲੈ ਲਵਾਂ, ਤੂੰ ਸਾਡੇ ਕੋਲੇ ਆ ਜਾ। ਬਾਅਦ 'ਚ ਫਿਰ ਕਹਿ ਦਿੰਦੀ ਸੀ, ਡੈਡੀ ਦਾ ਔਖਾ ਗਾ ਰੋਟੀ ਦਾ। ਬਾਅਦ 'ਚ ਰੋਜ਼ ਗੱਲਬਾਤ ਕਰਦੀ ਸੀ ਬੇਟੀ ਜੀ? ਡੇਲੀ ਗੱਲ ਕਰਦੀ ਸੀ ਕਿ ਸਾਡੇ ਨਾਲ ਪੂਰੀ ਖੁਸ਼ ਹੋ ਕੇ ਗੱਲ ਕਰਦੀ ਸੀ। ਜਿੱਦਣ ਦੀ ਗਈ ਸੀ ਉਹਨੇ ਸਾਨੂੰ ਐ ਨਹੀਂ ਸੀ ਕਿਹਾ ਵੀ ਮੈਂ ਔਖੀ ਹਾਂ ਜਾਂ ਮੈਂ ਕੰਮ ਔਖਾ ਕਰਦੀ ਹਾਂ, ਨਹੀਂ, ਇਹ ਗੱਲ ਨਹੀਂ ਕਹੀ ਉਹਨੇ ਕਦੇ ਵੀ। ਜਾ ਕੇ ਉਹਨੇ ਸਾਨੂੰ ਐ ਨਹੀਂ ਕਿਹਾ ਵੀ ਮੇਰਾ ਜੀ ਨਹੀਂ ਲੱਗਿਆ ਇੱਥੇ, ਨਹੀਂ, ਕਹਿ ਦਿੰਦੀ ਸੀ ਠੀਕ ਠਾਕ, ਵਧੀਆ, ਮੈਂ ਵਧੀਆ ਮਾਹੌਲ 'ਚ ਰਹਿੰਦੀ ਹਾਂ, ਵਧੀਆ ਕੁੜੀਆਂ ਨਾਲ ਰਹਿੰਦੀ ਹਾਂ। ਬਾਈ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੁਹਾਡੇ ਹਸਬੈਂਡ ਨਾਲ, ਉਹ ਕਹਿੰਦੇ ਕਤਲ ਦਾ ਸ਼ੱਕ ਆ ਤੁਹਾਨੂੰ, ਕਤਲ ਦਾ ਕਿ ਖੁਦਕੁਸ਼ੀ ਦਾ ਸ਼ੱਕ ਆ ਜੀ? ਸਾਨੂੰ ਕਤਲ ਦਾ ਸ਼ੱਕ ਆ ਜੀ, ਸਾਡੇ ਜਮਾਈ ਧੀ ਆ। ਪਰ ਜਮਾਈ ਕਿਉਂ ਕਰੂਗਾ ਉਹ? ਇਸ ਦਾ ਕੀ ਕਸੂਰ ਸੀ ਵਿਚਾਰੀ ਦਾ? ਸਾਨੂੰ ਹੈਗੇ ਹੀ ਆ ਜੀ ਉਹ ਤੋਂ ਸ਼ੱਕ, ਢਿੱਡੋਂ ਸਾਡਾ ਢਿੱਡ ਵੀ ਕਹਿੰਦਾ ਹੈਗਾ ਵੀ ਸਾਡੇ ਜਮਾਈ ਦਾ, ਰਣਵੀਰ ਦਾ ਗਾ ਵੀ। ਉਹ ਤਾਂ ਉਹਦੇ ਨੂੰ ਉਹ ਆਈ ਜਦੋਂ ਆਉਂਦਾ ਸੀ, ਮੈਂ ਪੁੱਛਦੀ ਸੀ ਜਦੋਂ ਫੋਨ ਆਉਂਦਾ ਸੀ ਵੀ ਸਮਨ ਤੇਰੇ ਕੋਲੇ ਰਣਵੀਰ ਆਉਂਦਾ ਇੱਥੇ ਕਰੇ, ਕਹਿ ਦਿੰਦੀ ਸੀ ਹਾਂ ਮੰਮਾ ਆਉਂਦਾ ਗਾ, ਵੀ ਮੈਨੂੰ ਵਧੀਆ ਬੁਲਾਉਂਦਾ, ਖੁਸ਼ੀ ਨਾਲ ਬੁਲਾਉਂਦਾ ਗਾ, ਕੋਈ ਇੱਦਾਂ ਗੱਲ ਨਹੀਂ ਕਰਦਾ। ਤੇ ਹੁਣ ਸਾਨੂੰ ਸਾਰੇ ਪਰਿਵਾਰ ਨੂੰ ਇਹ ਆ ਵੀ ਰਣਵੀਰ ਦੇ ਕੰਮ ਆ, ਵੀ ਹੋਰ ਕੋਈ ਘਰੇ ਆ ਨਹੀਂ ਸਕਦਾ ਉੱਧਰ। ਰਣਵੀਰ ਟੋਰਾਂਟੋ ਜਿੱਥੇ ਘਰ ਸੀ ਉੱਥੇ ਆਉਂਦਾ ਜਾਂ ਸਕੈਚ 1 ਘਰ ਸੀ ਉੱਥੇ ਆਉਂਦਾ ਸੀਗਾ ਜੀ? ਸਕੈਚ 1 ਇਹਨਾਂ ਕੋਲੇ ਆਉਂਦਾ ਸੀਗਾ, ਘਰ 'ਚ ਆਉਂਦਾ ਸੀ, ਕਦੇ ਕਦੇ ਆਉਂਦਾ ਸੀ, ਡੇਲੀ ਨਹੀਂ ਸੀ ਆਉਂਦਾ। ਉਦੋਂ ਵਧੀਆ ਗੱਲਾਂ ਬਾਤਾਂ ਕਰਦਾ ਸੀ ਨਾ? ਕਹਿੰਦੀ ਸੀ ਵਧੀਆ ਗੱਲਾਂ ਬਾਤਾਂ ਕਰਦਾ ਗਾ। ਪਰ ਜਦੋਂ ਬੇਟੀ ਨੇ ਜਾਣਾ ਸੀ ਅੱਗੇ ਤਾਂ ਉਹਨੂੰ ਪਤਾ ਸੀ ਸਾਰੀ ਗੱਲਬਾਤ ਦਾ ਜੀ? ਇਹ ਨਹੀਂ ਉਹਨਾਂ ਨੇ ਸਾਨੂੰ ਦੱਸਿਆ, ਬੇਟੀ ਨੇ, ਵੀ ਉਹਨੂੰ ਪਤਾ ਜਾਂ ਨਹੀਂ ਪਤਾ। ਉਹ ਇਹ ਕਹਿੰਦੀ ਸੀ, ਕਹਿੰਦੀ ਮੈਂ ਰਣਵੀਰ ਦੀ ਗੱਡੀ ਤੇ ਨਹੀਂ ਜਾਣਾ, ਮੈਂ ਆਪਦੀ ਟੈਕਸੀ ਕਰਾਈ ਹੈਗੀ, ਮੈਂ ਉਹ 'ਤੇ ਜਾਣਾ। ਇਹ ਗਰੋਸਰੀ ਕਰਕੇ ਆਈ ਹਾਂ 2 ਦਿਨ ਪਹਿਲਾਂ, ਕੁੜੀ ਨੂੰ ਵੱਡੀ ਨੂੰ ਕਹਿੰਦੀ ਮੈਂ ਤੈਨੂੰ ਗਰੋਸਰੀ ਕਰਾ ਕੇ ਲਿਆਉਣੀ ਹੈਗੀ। ਮੈਂ 15 ਦਿਨ 2 ਹਫ਼ਤੇ ਨਹੀਂ ਆਉਂਦੀ, 2 ਹਫ਼ਤਿਆਂ ਦੀ ਗਰੋਸਰੀ ਕਰਾ ਲਈ। ਜਿਹੜੀ ਗੱਡੀ ਤੇ ਗਰੋਸਰੀ ਲੈ ਕੇ ਆਈ ਹਾਂ ਉਹਦਾ ਨੰਬਰ ਲਿਆ ਉਹਨਾਂ ਨੇ ਵੀ ਅਸੀਂ ਏਅਰਪੋਰਟ ਜਾਣਾ ਗਾ, ਵੀ ਸਾਨੂੰ ਅੰਕਲ ਨੰਬਰ ਦੇ ਦਿਓ, ਵੀ ਸਾਨੂੰ ਛੱਡਿਆ। ਉਹਦੇ ਨਾਲ ਗੱਲਬਾਤ ਵੀ ਕਰੀ ਪੈਸਿਆਂ ਦੀ, ਉਹ ਕਹਿੰਦੇ ਅਸੀਂ $50 ਲਵਾਂਗੇ। ਜਦੋਂ ਉਹਨੂੰ ਬੇਟੀ ਨੇ ਘਰੇ ਆ ਕੇ ਫੋਨ ਲਾਇਆ ਵੀ ਸਾਡੀ ਕੁੜੀ ਨੂੰ ਛੱਡਣ ਗਏ, ਉਹ ਕਹਿੰਦੇ ਨਹੀਂ ਵੀ ਸਾਨੂੰ ਕੋਈ ਫੋਨ ਨਹੀਂ ਆਇਆ ਇਸ ਟਾਈਮ। ਉਹ ਫਿਰ ਘਰੇ ਵੀ ਆ ਕੇ ਗਿਆ ਟੈਕਸੀ ਵਾਲਾ ਇਹਨਾਂ ਕੋਲੇ। ਇਹਨੇ ਕੀ ਹੋਇਆ ਹੋਊਗਾ ਬੇਟੀ ਨਾਲ, ਕਿਸ ਤਰ੍ਹਾਂ ਵਿਚਾਰੀ ਦੇ ਉਹਦਾ ਕੀ ਇਹਦੇ ਨਾਲ ਵਿਚਾਰੀ ਨਾਲ ਹੋਇਆ ਹੋਊ, ਕੁਝ ਪਤਾ ਲੱਗਿਆ? ਕੀ ਕਹਿੰਦਾ ਤੁਹਾਡਾ ਦਿਲ? ਅਜੇ ਕੁਛ ਪਤਾ ਨਹੀਂ ਲੱਗਾ। ਬਾਹਰ ਉਹਦੇ ਭਰਾ ਨਾਲ ਵੀ ਗੱਲ ਹੁੰਦੀ ਆ, ਉਹਦੇ ਮਾਮੇ ਦੇ ਮੁੰਡੇ ਨਾਲ ਵੀ ਗੱਲ ਹੁੰਦੀ ਆ, ਉਹਦੀ ਤਾਈ ਨਾਲ ਵੀ ਗੱਲ ਹੁੰਦੀ ਆ। ਹਜੇ ਉਹ ਕਹਿੰਦੇ ਸਾਨੂੰ ਮੰਗਲਵਾਰ ਦਾ ਦਿਨ ਦਿੱਤਾ ਵੀ ਮੰਗਲਵਾਰ ਸੱਦਿਆ, ਉਹਦੇ ਨੇ ਸਾਰਾ ਪਤਾ ਲੱਗ ਜਾਣਾ, ਵੀ ਮੰਗਲਵਾਰ ਨੂੰ ਦੱਸਾਂਗੇ ਅਸੀਂ ਵੀ ਕੀ ਬਣਿਆ। ਵੀ ਰਣਵੀਰ ਫੜਿਆ ਗਿਆ, ਰਣਵੀਰ ਦੇ ਪ੍ਰੂਫਾਂ ਤੋਂ ਉਹਦੀ ਲਾਸ਼ ਇੱਥੇ ਆਈ ਹੈਗੀ, ਵੀ ਉਹ ਮੰਨਿਆ ਗਾ ਵੀ ਬੇਸਮੈਂਟ 'ਚ ਪਈ ਹੈਗੀ, ਇੰਨਾ ਸਾਨੂੰ ਉਹਨਾਂ ਨੇ ਜ਼ਰੂਰ ਦੱਸਿਆ ਗਾ। ਰਣਵੀਰ ਨੇ ਸ਼ਨਾਖਤ ਕਰੇ, ਰਣਵੀਰ ਨੇ ਦੱਸਿਆ ਕਿ ਇੱਥੇ ਲਾਸ਼ ਪਈ ਹੈ? ਹਾਂਜੀ, ਉਸੇ ਦੇ ਘਰ 'ਚ ਪਈ? ਹਾਂਜੀ, ਉਸੇ ਦੇ ਬੇਸਮੈਂਟ 'ਚ ਥੱਲੇ ਪਈ ਸੀਗੀ। ਉਹ ਐ ਨਹੀਂ ਪਤਾ ਵੀ ਟੋਆ ਪੱਟ ਕੇ ਦੱਬੀ ਹੋਈ ਸੀ ਜਾਂ ਸਾਈਡ ਤੇ ਸੀ ਜਾਂ ਕਿਸੇ ਖੂੰਜੇ ਸੀਗੀ। ਉੱਥੇ ਸਾਡੀ ਜਿਹੜੀ ਵੱਡੀ ਬੇਟੀ ਆ ਉਹ ਵੀ ਗਈ ਸੀ, ਕਹਿੰਦੀ ਮੈਨੂੰ ਨਹੀਂ ਦਿਸੀ ਉੱਥੇ। ਉਹ ਮੈਂ ਕੱਪੜੇ ਚੱਕ ਕੇ ਲਿਆਈਆਂ ਜਵਾਕਾਂ ਦੇ, ਵੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਵੀ ਇੱਥੇ ਉਹ ਪਈ ਆ ਗਈ। ਵੀ ਜਦੋਂ ਪੁਲਿਸ ਆਈ ਆ, ਪੁਲਿਸ ਕੱਢ ਕੇ ਲੈ ਕੇ ਗਈ ਆ, ਵੀ ਮੈਨੂੰ ਅੰਦਰ ਕਮਰੇ 'ਚ ਬਾਹਰ ਤਾਂ ਫਿਰ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਆ। ਉਹ ਬੇਟੀ ਵੀ ਉਹੀ ਕਹਿੰਦੀ ਆ ਗਈ ਵੀ ਰਣਵੀਰ ਦਾ ਕੰਮ ਆ। ਇਹ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਭੈਣੇ, ਰਣਵੀਰ ਬੇਟੀ ਨੂੰ ਤੰਗ ਪਰੇਸ਼ਾਨ ਕਰਦਾ ਸੀ, ਕੋਈ ਲੜਾਈ ਝਗੜਾ ਕਰਦਾ ਸੀ, ਕੋਈ ਗੱਲਬਾਤ ਉਦਾਂ ਦੀ ਕਰਦਾ ਸੀ? ਵੱਡੀ ਕੁੜੀ ਨਾਲ ਚੱਲਦਾ ਸੀਗਾ ਜੀ, ਪੁਲਿਸ ਰਿਪੋਰਟ ਕਰੀ ਵੀ ਸੀ ਉਹਨਾਂ ਦੀ। ਇਹਨਾਂ ਨੂੰ ਜ਼ਿਆਦਾ ਪਤਾ, ਮੈਨੂੰ ਇੰਨਾ ਘੱਟ ਨਹੀਂ ਪਤਾ, ਉਹਦੀ ਮੰਮਾ ਨੂੰ ਪਤਾ ਹੈ। ਬੇਟੀ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਸੀ? ਨਹੀਂ, ਸਾਡੀ ਬੇਟੀ ਨਾਲ ਨਹੀਂ ਸੀਗੀ, ਸਾਡੀ ਬੇਟੀ ਨੂੰ ਨਹੀਂ ਸੀ ਕੁਛ ਕਹਿੰਦਾ ਜਿੱਦਣ ਦੀ ਗਈ ਸੀ। ਅੱਜ ਮਨ 'ਚ ਪਛਤਾਵਾ ਨਹੀਂ ਵੀ ਜੇ ਨਾ ਬੇਟੀ ਉੱਥੇ ਜਾਂਦੀ ਸ਼ਾਇਦ ਇਹ ਘਟਨਾ ਨਾ ਵਾਪਰਦੀ? ਹਾਂਜੀ, ਉਹ ਹੈਗਾ ਸਾਨੂੰ, ਉਹਨੂੰ ਸਾਰੇ ਪਰਿਵਾਰ ਨੂੰ ਹੈਗਾ। ਜਿਹੜੇ ਭਰਾ ਨੇ ਤੋਰੀ ਉਹਨੂੰ ਵੀ ਹੈਗਾ ਵੀ ਮੈਂ ਕਿਉਂ ਤੋਰੀ ਆਈ, ਵੀ ਮੇਰੇ ਕੋਲੇ ਵਾਪਸ ਨਹੀਂ ਆਉਣਾ ਸੀ ਇਹਨੇ ਮੁੜ ਕੇ।
ਉਹਨੂੰ ਕਹਿ ਕੇ ਵੀ ਚੱਲੀ ਸੀ ਵੀ ਜਦੋਂ ਮੇਰੀ ਫੈਲ ਲੱਗ ਗਈ ਮੈਂ ਤੇਰੇ ਕੋਲੇ ਵਾਪਸ ਆ ਜਾਣਾਗਾ, ਮੈਂ ਫੈਲ ਲਾ ਕੇ ਆ ਜਾਣਾਗਾ, ਚਾਹੇ ਮੇਰੀ 2 ਮਹੀਨਿਆਂ 'ਚ ਲੱਗ ਜੇ, ਚਾਹੇ 3 'ਚ, ਚਾਹੇ 4 'ਚ। ਉਸ ਟਾਈਮ ਉਹਨੂੰ ਕੋਈ ਪਤਾ ਨਹੀਂ ਸੀ ਵੀ ਮੇਰੇ ਨਾਲ ਆ ਬੀਤ ਜੂਗੀ। ਬਹੁਤ ਔਖਾ ਹੈ ਭੈਣੇ, ਸਬਰ ਕਹਿ ਦੇਣਾ, ਬਹਾਨਾ ਮੰਨ ਲੈਣਾ, ਕਹਿਣਾ ਸੌਖਾ ਪਰ ਹੈ ਬਹੁਤ ਔਖਾ। ਸਬਰ ਸਾਨੂੰ ਨਹੀਂ ਆਉਂਦਾ, ਸਾਨੂੰ ਦੂਰਾ ਦੁੱਖ ਹੋ ਗਿਆ, ਦੂਰੇ ਦਾ ਵੀ ਤੀਰਾ ਹੋ ਗਿਆ। ਭੈਣੇ ਕੀ ਚਾਹੁੰਦੇ ਹੋ ਜਿਸ ਬੰਦੇ ਨੇ ਇਸ ਤਰ੍ਹਾਂ ਕੀਤਾ ਬੇਟੀ ਨਾਲ? ਬੇਸ਼ੱਕ ਉਹਨੂੰ ਫੜ ਲਿਆ, ਇਹਦੇ ਪਿੱਛੇ ਹੋਰ ਵੀ ਕੁਝ ਹੋ ਸਕਦਾ ਹੈ, ਕੀ ਚਾਹੁੰਦੇ ਹੋ ਤੁਸੀਂ? ਅਸੀਂ ਇਹ ਕਹਿੰਦੇ ਹਾਂ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਾਂ ਉਮਰ ਕੈਦ ਹੋਵੇ, ਵੀ ਉਹਨੂੰ ਕੋਈ ਨਾ ਕੋਈ ਸਜ਼ਾ ਹੋ ਸਕੇ, ਵੀ ਉਹ ਆਪਦਾ ਇੰਡੀਆ ਨਾ ਆ ਸਕੇ ਜਾਂ ਆਪਦਾ ਕੋਈ ਰਾਜੀ ਖੁਸ਼ੀ ਰਹਿ ਨਾ ਸਕੇ। ਉਹਨੂੰ ਸਜ਼ਾ ਹੋਣੀ ਚਾਹੀਦੀ ਆ। ਜੋ ਸਾਡੀ ਬੇਟੀ ਨਾਲ ਬੀਤੀਆਂ ਨੇ ਉਹਨੂੰ ਪਤਾ ਹੈਗਾ, ਸਾਡੀ ਬੇਟੀ ਨੂੰ ਵੀ ਜਾਂ ਉਹਨੇ ਹੱਥ ਬੰਨੇ ਜਾਂ ਉਹਨੇ ਬੇਨਤੀਆਂ ਕਰੀਆਂ ਉਸ ਪੂਰੇ, ਇਹ ਸਾਨੂੰ ਕੋਈ ਨਹੀਂ ਪਤਾ ਜੀ। ਅਸੀਂ ਕਹਿੰਦੇ ਹਾਂ ਵੀ ਵੱਡੀ ਤੋਂ ਵੱਡੀ ਸਖਤ ਤੋਂ ਸਖਤ ਸਜ਼ਾ ਹੋਵੇ। ਮੈਂ ਤਾਂ ਇਹ ਕਹਿੰਦੀ ਹਾਂ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਿਹਨੇ ਮੇਰੀ ਬੇਟੀ ਮਾਰੀ ਆ। ਕਿੱਡੇ ਤੁਸੀਂ ਅਭਾਗੇ ਮਾਪੇ ਹੋ ਜਿਹੜੇ ਖੁਸ਼ੀ ਧੀ ਨੂੰ ਭੇਜਿਆ ਇੱਥੋਂ, ਅੱਜ ਲਾਸ਼ ਦੇ ਵੀ ਦਰਸ਼ਨ ਨਹੀਂ ਕਰ ਸਕਦੇ। ਨਹੀਂ ਕਰ ਸਕੇ ਜੀ, ਜਾਂਦੀ ਵਾਰ ਤਾਂ ਮਿਲਿਆ ਹੀ ਮੈਨੂੰ 2 ਸਾਲ ਹੋ ਜਾਣੇ ਆ ਭਾਦੋ 'ਚ, 9ਵੇਂ ਮਹੀਨੇ 'ਚ 4 ਤਰੀਕ ਨੂੰ ਉੱਧਰੋਂ ਚੜੀ ਸੀਗੀ ਮੈਂ, ਗਈ ਨੂੰ ਮੈਨੂੰ ਆ 7 ਤਰੀਕ ਨੂੰ 2 ਸਾਲ ਹੋ ਜਾਣੇ ਆ ਜੀ। ਸਾਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਵਾਪਸ ਬੇਟੀ ਨੂੰ ਦੂਰੀ ਵਾਰ ਜਾਂ ਮਿਲਾਂਗੇ ਜੇ ਨਾ ਮਿਲਾਂਗੇ। ਬਿਲਕੁਲ ਜੀ, ਮਾਂ ਦੱਸਦੀ ਹੈ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਹੋਵੇਗਾ। ਇਹ ਅਭਾਗੇ ਮਾਪੇ ਨੇ ਜਿਨ੍ਹਾਂ ਨੇ ਆਪਣੀ ਆਖਰੀ ਵਾਰ ਬੇਟੀ ਦਾ ਮੂੰਹ ਵੀ ਨਹੀਂ ਦੇਖਿਆ, ਦਰਸ਼ਨ ਵੀ ਨਹੀਂ ਕਰ ਸਕਦੇ। ਕਿੱਡੀਆਂ ਵੱਡੀਆਂ ਆਸਾਂ ਤੇ ਸੋਚ ਲੈ ਕੇ ਕਿੱਡੇ ਸੁਪਨੇ ਮਾਪਿਆਂ ਨੇ ਤੇ ਧੀ ਨੇ ਬੁਣੇ ਸੀ। ਵਿਦੇਸ਼ ਦੀ ਧਰਤੀ ਤੇ ਭੇਜੀ, ਲੱਖਾਂ ਰੁਪਏ ਲਾਇਆ, ਪੱਕਾ PR ਹੋਣ ਵਾਸਤੇ ਫਾਈਲ ਅਪਲਾਈ ਕਰਨੀ, ਅੱਗੇ ਹੋਰ ਆਪਣੇ ਰਿਸ਼ਤੇਦਾਰ ਕੋਲ ਜਾਣਾ, ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਉਹਦਾ ਆਉਣ ਵਾਲਾ ਜਿਹੜਾ ਦਿਨ ਆ ਉਹ ਚੜ੍ਹਨਾ ਨਹੀਂ ਹੈ। ਕਿੱਡੀਆਂ ਸੋਚਾਂ ਲੈ ਕੇ ਮਾਂ ਨਾਲ ਗੱਲ ਕਰਦੀ ਸੀ, ਹੱਸ ਕੇ ਹੱਸਦੀ ਖੇਡਦੀ ਸੀ, ਪਰ ਉਸ ਵਿਚਾਰੀ ਨੂੰ ਨਹੀਂ ਪਤਾ ਸੀ। ਮਾਪੇ ਕਹਿੰਦੇ ਕਿ ਜਿਹੜਾ ਦੋਸ਼ੀ ਹੈ, ਗੱਲ ਰਣਵੀਰ ਦੀ ਕਰਦੇ ਆ, ਰਣਵੀਰ ਦੇ ਨਾਲ ਹੋਰ ਕੌਣ ਦੋਸ਼ੀ ਆ, ਰਣਵੀਰ ਨੇ ਕਿਉਂ ਇਸ ਦਾ ਕਤਲ ਕੀਤਾ, ਇਸ ਬੱਚੀ ਦਾ ਕੀ ਕਸੂਰ ਸੀ। ਮਾਪੇ ਕਹਿੰਦੇ ਕਿ ਉਸ ਸ਼ਖਸ ਨੂੰ, ਉਸ ਇਨਸਾਨ ਨੂੰ, ਉਸ ਵਿਅਕਤੀ ਨੂੰ ਸਖਤ ਤੋਂ ਸਖਤ ਕਾਨੂੰਨ ਸਜ਼ਾ ਦੇਵੇ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਹੋਰ ਵੀ ਕੋਈ ਇਸ ਤਰ੍ਹਾਂ ਦਾ ਗੁਨਾਹ ਅਪਰਾਧ ਨਾ ਕਰੇ ਔਰ ਬੱਚੀ ਨੂੰ ਤੇ ਪਰਿਵਾਰ ਨੂੰ ਇਨਸਾਫ ਮਿਲੇ। ਤਾਂ ਦਰਸ਼ਕੋ, ਸੁਮਨਦੀਪ ਕੌਰ ਜਿਸ ਦੀ ਡੈਥ ਹੋਈ ਆ ਬਾਹਰ ਕੈਨੇਡਾ ਦੇ ਵਿੱਚ, ਉਸ ਦੇ ਤਾਇਆ ਜੀ ਸੁਖਚੈਨ ਸਿੰਘ ਸਾਡੇ ਨਾਲ ਨੇ। ਤੁਹਾਨੂੰ ਕੀ ਲੱਗਦਾ ਜੀ, ਰਣਵੀਰ ਤੁਹਾਡਾ ਜਮਾਈ ਆ, ਰਣਵੀਰ ਤੇ ਦੋਸ਼ ਲੱਗ ਰਿਹਾ ਸਾਰਾ ਕਿ ਵੀ ਕਤਲ ਕੀਤਾ, ਕੀ ਕਾਰਨ ਲੱਗਦਾ ਤੁਹਾਨੂੰ? ਕਾਰਨ ਹੈਗਾ ਜੀ ਉਹਦਾ ਜੋ ਆਪਦੇ ਘਰ ਵਾਲੀ ਅਮਨਦੀਪ ਕੌਰ, ਸਾਡੀ ਬੇਟੀ ਅਮਨਦੀਪ ਕੌਰ ਨਾਲ ਘਰੇਲੂ ਝਗੜਾ ਚੱਲਦਾ ਰਹਿੰਦਾ ਸੀ ਤੇ ਅਸੀਂ 1-2 ਵਾਰ ਹਰਿਆਣਾ ਉਹਦੇ ਪਿੰਡ ਵੀ ਗਏ ਆ। ਉਹਦੇ ਆਪਦੀ ਭਰਜਾਈ ਨਾਲ ਨਜਾਇਜ਼ ਸੰਬੰਧ ਸਨ, ਜਿਹੜਾ ਕਿ ਸਾਰਾ ਮੇਨ ਮੁੱਦਾ ਇੱਥੋਂ ਸਟਾਰਟ ਹੁੰਦਾ ਹੈਗਾ। ਉਹਦੇ ਕਹਿਣੇ ਜਮਾਈ ਰਣਵੀਰ ਦੇ ਛੋਟੇ ਅਵਤਾਰ ਸਿੰਘ ਦਾ ਜਮਾਈ ਆ, ਵੈਸੇ ਅਸੀਂ 4 ਭਾਈ ਇਕੱਠੇ ਆ ਨਾ। ਹਾਂ, ਉਹਦੇ ਆਪਦੀ ਭਰਜਾਈ ਨਾਲ ਨਜਾਇਜ਼ ਸੰਬੰਧ ਸਨ, ਜਿਹੜਾ ਸਾਰਾ ਮਸਲਾ ਇੱਥੋਂ ਸਟਾਰਟ ਹੁੰਦਾ ਹੈਗਾ। ਅਸੀਂ 1-2 ਵਾਰ ਹਰਿਆਣੇ ਵੀ ਗਏ ਆ ਇਸ ਕੇਸ ਦੇ ਸੰਬੰਧ 'ਚ। ਤੂੰ ਮੈਂ ਵੀ ਹੋਇਆ ਉੱਧਰ ਸਾਡੀ ਵੀ, ਤੁਸੀਂ ਸਮਝਾਓ ਉਹਨੂੰ, ਐਂ ਕਰੋ ਉਹ ਕਰੋ, ਪਰ ਉਹ ਨਾ ਸਮਝਾਉਣ ਤੇ ਸਮਝਿਆ ਨਹੀਂ। ਸਾਰਾ ਸਿਲਸਿਲਾ ਉਹਦੀ ਭਰਜਾਈ ਸੁਸ਼ੀਲ ਕੌਰ ਦੇ ਪੈਰੋਂ ਹੋਇਆਗਾ, ਰਣਵੀਰ ਸਿੰਘ ਨੇ ਕੀਤਾ ਗਾ। ਮੰਗਲਵਾਰ ਤੱਕ ਕੰਪਲੀਟ ਸਰਕਾਰ ਨੇ, ਉੱਥੋਂ ਦੀ ਪੁਲਿਸ ਨੇ ਵੀ ਸਭ ਕੁਛ ਕਰ ਦੇਣਾ ਗਾ, ਪਰ ਸਾਨੂੰ ਅਸੀਂ ਇਹ ਦਾਅਵੇ ਨਾ ਕਹਿ ਸਕਦੇ ਵੀ ਸਾਰਾ ਕੁਛ ਹੋਇਆ ਤਾਂ ਸਿੜਦੇ ਤੋਂ ਹੋਇਆਗਾ। ਜਿੱਥੋਂ ਦੀ ਭਰਜਾਈ ਰਹੀ ਹੈ ਸਿੜਦਾ ਕੋਟਲਾ, ਉੱਥੋਂ ਹੋਇਆਗਾ ਸਾਰਾ ਕੁਛ ਜੀ। ਪਰ ਬੇਟੀ ਦਾ ਕਤਲ ਕਿਉਂ ਕਰੂਗਾ? ਬੇਟੀ ਦਾ ਕਸੂਰ ਕੀ ਸੀ? ਬੇਟੀ ਦਾ ਕਤਲ ਇੱਥੋਂ ਸਾਡਾ ਜਿੱਥੋਂ ਤੱਕ ਸਾਡਾ ਦਿਮਾਗ ਕਰਦਾਗਾ, ਉਹ ਇਹ ਚੀਜ਼ ਦੀ ਬੇਇੱਜ਼ਤੀ ਮੰਨਦੇ, ਸਾਨੂੰ ਤੁਸੀਂ ਬੇਇੱਜ਼ਤ ਕਰਦੇ ਹੋ ਆ ਕੇ, ਸਾਨੂੰ ਸਾਡੇ ਘਰ ਜਾ ਕੇ ਸਾਡੀ ਬੇਇੱਜ਼ਤੀ ਕਰਦੇ ਹੋ। ਉਹਨਾਂ ਨੇ ਸਾਨੂੰ ਥੱਲੇ ਲਾਉਣ ਦੀ ਖਾਤਰ ਸਾਰਾ ਕੁਝ ਕਰਿਆ ਗਿਆ ਹੈਗਾ। ਉਹਨਾਂ ਨੇ ਤਾਂ ਇਹ ਸਬੂਤ ਬਣਾਏ ਸੀ, ਰਣਵੀਰ ਸਿੰਘ ਨੇ ਸਾਰਾ ਕੱਪੜਾ ਗਹਿਣਾ ਗੱਟਾ ਲੈ ਕੇ ਵੀ ਸੋਡੀ ਬੇਟੀ ਕਿਸੇ ਨਾਲ ਚਲੀ ਗਈ, ਪਰ ਇਹ ਹਾਲਾਂਕਿ ਲਾਸ਼ ਮਿਲਣ ਤੇ ਸਾਬਤ ਹੋ ਜਾਂਦਾ ਵੀ ਕਿਸੇ ਪਾਸੇ ਗਈ ਨਹੀਂ ਸੀ। ਜੋ ਕੁਝ ਕਰਿਆ ਰਣਵੀਰ ਸਿੰਘ ਨੇ ਕਰਿਆਗਾ। ਜਾਣੀ ਕਿ ਰਣਵੀਰ ਦੇ ਇਹ ਪਲੈਨਿੰਗ ਬਣਾਈ ਸੀ ਵੀ ਮੇਰੇ ਘਰ ਤੋਂ ਮੇਰਾ ਸਮਾਨ ਚੋਰੀ ਕਰਕੇ ਬੇਟੀ ਚਲੀ ਗਈ ਜੀ। ਹਾਂਜੀ, ਸੁਮਨਦੀਪ ਚਲੀ। ਹਾਂਜੀ, ਪਰ ਲਾਸ਼ ਮਿਲਣ ਤੇ ਸਾਰਾ ਕੁਝ ਕੰਪਲੀਟ ਹੋ ਜਾਂਦਾਗਾ ਵੀ ਇਹ ਨਹੀਂ, ਉਹ ਕਿਤੇ ਨਹੀਂ ਗਈਗੀ, ਉਹ ਤਾਂ ਇੱਕ ਉਹਦਾ ਕਤਲ ਕੀਤਾ ਗਿਆਗਾ। ਸਮਾਰੋਹ ਬੰਦੇ ਨੇ ਆਪ ਸਾਂਭਿਆਗਾ ਸਾਰਾ ਕੁਝ, ਜੋ ਵੀ ਉਹਦੇ ਹੱਥ 'ਚ ਹੈਗਾ। ਉਦੋਂ ਬਾਅਦ ਮੰਗਲਵਾਰ ਤੱਕ ਜਿਹੜਾ ਕਲੀਅਰ ਹੋ ਜਾਏਗਾ। ਜਿਹੜਾ ਸਮਾਨ ਦੀ ਗੱਲ ਕਰਦੇ ਹੋ, ਸੋਨਾ ਜਾਂ ਕੋਈ ਹੋਰ ਸਮਾਨ ਆ ਜਿਹੜਾ ਸੁਮਨਦੀਪ ਤੇ ਦੋਸ਼ ਲਾਉਣੇ ਚਾਹੁੰਦਾ ਸੀ ਰਣਵੀਰ, ਉਹ ਸਮਾਨ ਸਾਰਾ ਬਰਾਮਦ ਹੋ ਗਿਆ ਜੀ? ਨਹੀਂ ਜੀ, ਕੁਝ ਨਹੀਂ ਕਹਿ ਸਕਦੇ, ਮੰਗਲਵਾਰ ਤੱਕ ਪਤਾ ਲੱਗੂਗਾ। ਮੰਗਲਵਾਰ ਤੱਕ ਪਤਾ ਲੱਗੂਗਾ ਜੋ ਵੀ ਹੋਊਗਾ, ਵੀ ਦਿੱਤਾ ਸਮਾਨ ਜਾਂ ਨਹੀਂ ਦਿੱਤਾ ਜਾਂ ਕੀ ਕਹਿੰਦਾ। ਜਦੋਂ ਬੇਟੀ ਗਵਾਚੀ ਹੈ ਜੀ ਸੁਮਨਦੀਪ ਕੋ,
ਪਰ ਦੂਜੀ ਬੇਟੀ ਜਿਹੜੀ ਸੀਗੀ ਉੱਥੇ ਜਿਨ੍ਹਾਂ ਕੋਲ ਰਹਿ ਰਹੀ ਸੀ, ਜਿਹੜੇ ਘਰ 'ਚ ਰਹਿ ਰਹੀ ਸੀ, ਉਹਨੇ ਤਲਾਸ਼ ਨਹੀਂ ਕੀਤੀ ਘਰ ਦੇ ਵਿੱਚ, ਮੈਂ ਦੇਖਾਂ। ਸਵੇਰ 4 ਵਜੇ ਮੈਂ ਬਾਹਰ ਉੱਠ ਕੇ ਤੁਰਨ ਗਿਆ ਸੀਗਾ। ਸਾਰਿਆਂ ਨੂੰ ਪਹਿਲਾਂ ਮੈਨੂੰ ਫੋਨ ਆਇਆ 4:20 ਦੇ। ਡੈਡੀ ਸਾਮਨ ਨੇ ਜਾਣਾ ਸੀਗਾ, ਐਂ ਕਰ ਗਈ ਉਹ, ਸਾਰਾ ਬਾਰ ਖੁੱਲੇ ਛੱਡ ਗਈ, ਬੱਚਿਆਂ ਦਾ ਨਹੀਂ ਦੇਖਿਆ, ਉਹਨੇ ਕੁਝ ਨਹੀਂ ਕਰਿਆਗਾ। ਮੈਂ ਕਿਹਾ ਚੱਲ ਕੋਈ ਨਹੀਂ, ਤੂੰ ਦੇਖ ਐ ਸਮੂਹ ਨੇ ਕਿੱਥੇ ਜਾਣਾ। ਸਾਨੂੰ ਆਪਦੀ ਬੇਟੀ ਤੇ 105% ਸਹੀ ਕਲੀਅਰ ਸੀਗਾ ਵੀ ਨਹੀਂ, ਕਿਸੇ ਪਾਸੇ ਕੁਝ ਨਹੀਂ ਕਰ ਸਕਦੀ। ਚੱਲ ਉਦੋਂ ਬਾਅਦ ਫੇਰ ਕੱਟ, ਮੈਂ ਕਿਹਾ ਤੂੰ ਦੇਖ ਕੋਈ ਨਹੀਂ, ਇੱਥੇ ਕੁਝ ਨਹੀਂ ਹੁੰਦਾਗਾ। ਉਦੋਂ ਬਾਅਦ ਫਿਰ 15 ਮਿੰਟ ਬਾਅਦ ਫੋਨ ਲੱਗਿਆ, ਕਹਿੰਦੀ ਮੇਰਾ ਜਿਹੜਾ ਗਹਿਣੇ ਗੱਟੇ ਵਾਲਾ ਸਾਰਾ ਸਮਾਨ ਸੀਗਾ ਵੀ ਉਹ ਵੀ ਲੈ ਗਈ ਸਮੂਹ। ਮੈਂ ਕਿਹਾ ਚੱਲ ਮੈਂ ਘਰੇ ਜਾ ਕੇ ਗੱਲ ਕਰ। ਬੇਟੀ ਵੀ ਸ਼ੱਕ ਜ਼ਾਹਰ ਕਰਨ ਲੱਗੀ। ਹਾਂਜੀ, ਮੈਂ ਕਿਹਾ ਮੈਂ ਘਰੇ ਜਾ ਕੇ ਤੇਰੇ ਨਾਲ ਗੱਲ ਕਰਦਾ। ਮੈਂ ਘਰੇ ਆ ਕੇ ਉਦੋਂ ਬਾਅਦ ਗੱਲ ਕਰੀ ਸਮੂਹ ਨੇ, ਬਈ ਸਮੂਹ ਕੀ ਹੋਇਆ ਮੈਨੂੰ ਦੱਸ ਅਮਨ। ਉਹ ਕਹਿੰਦੀ ਵੀ ਡੈਡੀ ਆਹ ਕੁਛ ਹੋਇਆ, ਸਮੂਹ ਵੀ ਹੈ ਨਹੀਂ ਤੇ ਮੇਰਾ ਜਿਹੜਾ ਗਹਿਣਾ ਗੱਟਾ ਸੀ ਉਹ ਵੀ ਹੈ ਨਹੀਂਗਾ। ਉਦੋਂ ਬਾਅਦ ਉਹਨੇ ਉਹਦੇ ਭਰਾ ਨੂੰ, ਸਮੂਹ ਦੇ ਨੂੰ ਉੱਥੇ ਫੋਨ ਲਾਇਆ ਟਰਾਂਟੋ 'ਚ, ਉਹਨਾਂ ਨੇ ਪੁਲਿਸ ਰਿਪੋਰਟ ਕਰਤੀ ਆ। ਪੁਲਿਸ ਰਿਪੋਰਟ ਹੋਣ ਤੋਂ ਬਾਅਦ ਉਹ ਰਣਵੀਰ ਸਿੰਘ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਤੇਰਾ ਕੋਈ ਕਾਰਨ, ਤੂੰ ਕੁਛ ਕਰਿਆ ਹੋਵੇ। ਕਹਿੰਦਾ ਨਹੀਂ ਮੈਂ ਕੁਛ ਨਹੀਂ ਕਰਿਆ, ਮੇਰਾ ਕੋਈ ਰੋਲ ਨਹੀਂਗਾ। ਉਹ ਘਰੋਂ ਚਲਿਆ ਗਿਆ, ਉਹਨਾਂ ਨੇ ਪੁਲਿਸ ਰਿਪੋਰਟ ਕਰਤੀ ਆ। ਪੁਲਿਸ ਆਈ ਆ, ਘਰ ਦੀ ਤਲਾਸ਼ੀ ਵਗੈਰਾ ਲਈ ਆ, ਜੋ ਕੁਛ ਵੀ ਹੋਇਆ ਉਹਨਾਂ ਨੂੰ ਨਹੀਂ ਲੱਭਿਆ। ਪਰ ਥੋੜ੍ਹੇ ਚਿਰ ਬਾਅਦ ਆ ਕੇ ਉਹਨਾਂ ਨੇ ਲਾਸ਼ ਬਰਾਮਦ ਕਰ ਲਈ। ਉਦੋਂ ਬਾਅਦ ਹੁਣ ਅਸੀਂ ਇਹਨੂੰ ਸ਼ੱਕ ਨਹੀਂ ਕਹਿ ਸਕਦੇ, ਅਸੀਂ ਤਾਂ ਸੱਚ ਕਹਿ ਸਕਦੇ ਹਾਂ ਨਾ। ਸ਼ੱਕ ਤਾਂ ਉਹ ਹੁੰਦੀ ਆ ਵੀ ਨਾ ਪਤਾ ਲੱਗੇ ਕਿਸੇ ਕਿਸਮ ਦਾ। ਇਹ ਸਾਰਾ ਕੁਛ ਸਿਰ ਇੱਥੋਂ ਹੋਇਆਗਾ, ਹਰਿਆਣੇ ਤੋਂ। ਕਰਨ ਵਾਲਾ ਰਣਵੀਰ ਸਿੰਘ ਆ, ਉਹਦੀ ਭਰਜਾਈ ਦੇ ਪੈਰੋਂ ਹੋਇਆਗਾ ਸਾਰਾ ਕੁਛ। ਅਖੀਰ ਸੱਚ ਨੇ ਤਾਂ ਮੂਹਰੇ ਆਉਣੇ ਆ, ਮੰਗਲਵਾਰ ਤੱਕ ਹੋਰ ਕਲੀਅਰ ਹੋ ਜਾਏਗਾ। ਤੁਸੀਂ ਕੌਣ ਦੋਸ਼ੀ ਮੰਨਦੇ ਇਹਦੇ 'ਚ? ਅਸੀਂ ਤਾਂ ਇਹ ਮੰਨਣ ਤਾਂ ਜਿਹਨੂੰ ਮਰਜੀ ਗਏ, ਚਲੋ ਮੇਨ ਤਾਂ ਉਹਦੀ ਭਰਜਾਈ ਆ ਜਿਹਦੇ ਨਜਾਇਜ਼ ਸਬੰਧ ਆਗੇ। ਦੂਜਾ ਰਣਵੀਰ ਸਿੰਘ ਹੈਗਾ। ਮਾਂ-ਬਾਪ ਦੇ ਸਮਝਾਏ ਤਾਂ ਅੱਜ ਕੋਈ ਸਮਝਦਾ ਨਹੀਂ ਸੀ, ਉਹਨਾਂ ਬਾਰੇ ਕੀ ਕਹਿ ਸਕਦੇ। ਇਸ ਕੇਸ 'ਚ ਇਨਵੋਲਵ ਭਰਜਾਈ ਨੂੰ ਵੀ ਕਰਨਾ ਚਾਹੀਦਾ? ਬਿਲਕੁਲ ਚਾਹੀਦਾ ਜੀ। ਜੇ ਨਹੀਂ ਸੱਚ ਤਾਂ ਕਲੀਅਰ ਹੋਣਾ ਚਾਹੀਦਾ, ਜੇ ਨਹੀਂ ਇਹ ਕੁਛ ਹੋ ਜਾਂਦਾ ਬਿਲਕੁਲ ਹੋਣੀ ਚਾਹੀਦੀ। ਜਿਹੜਾ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ, ਪਰ ਤੁਸੀਂ ਆਪਣੇ ਪੱਧਰ ਤੇ ਇੱਥੇ ਕੋਈ ਕੰਪਲੇਂਟ ਕੀਤੀ ਹੈ? ਕਿਉਂਕਿ ਭਰਜਾਈ ਤੇ ਪਰਿਵਾਰ ਬਾਕੀ ਇੱਥੇ ਰਹਿ ਰਿਹਾ। ਹਾਂ ਨਹੀਂ, ਅਸੀਂ ਨਾ ਕੋਈ ਕੰਪਲੇਂਟ ਕੀਤੀ ਹੈ, ਨਾ ਹਜੇ ਸੋਚਿਆ ਗਿਆ ਇਹਦੇ ਬਾਰੇ। ਅਸੀਂ ਮੰਗਲਵਾਰ ਨੂੰ ਰਿਪੋਰਟ ਆਉਣ ਤੇ ਜੋ ਵੀ ਕਰਾਂਗੇ ਉਸ ਤੋਂ ਬਾਅਦ ਕਰਾਂਗੇ। ਸੱਚ ਸਾਬਤ ਹੋਣ ਤੇ ਕੀਤਾ ਜਾ ਸਕਦਾ ਨਾ। ਜੀ ਬਿਲਕੁਲ। ਤਾਂ ਇਹ ਸੁਮਨਦੀਪ ਕੌਰ ਜੋ ਲੜਕੀ ਦਾ ਕਤਲ ਹੋਇਆ, ਉਹਨਾਂ ਦੇ ਤਾਇਆ ਜੀ ਸੁਖਚੈਨ ਸਿੰਘ, ਜਿਨ੍ਹਾਂ ਨੇ ਦੱਸਿਆ ਕਿ ਰਣਵੀਰ ਸਿੰਘ ਨੇ ਇੱਕ ਕਹਾਣੀ ਬੁਣੀ, ਸਟੋਰੀ ਬਣਾਈ ਕਿ ਸੁਮਨਦੀਪ ਨੂੰ ਹੀ ਦੋਸ਼ੀ ਬਣਾਉਣਾ ਸੀ ਕਿ ਇਸ ਘਰ ਤੋਂ ਸਾਰਾ ਗਹਿਣਾ ਗੱਟਾ ਔਰ ਸਮਾਨ ਲੈ ਕੇ ਉਹ ਕਿਤੇ ਫਰਾਰ ਹੋ ਗਈ। ਪਰ ਅਸਲ ਇਹ ਪਰਿਵਾਰ ਦੇ ਕਹਿਣ ਮੁਤਾਬਕ ਦੋਸ਼ੀ ਰਣਵੀਰ ਸਿੰਘ ਆ, ਜਿਸ ਨੇ ਕਤਲ ਕੀਤਾ। ਉਹ ਰੰਜਿਸ਼ ਰੱਖਦਾ ਸੀ ਕਿ ਮੇਰੀ ਬੇਇੱਜ਼ਤੀ ਕਰਦਾ ਪਰਿਵਾਰ, ਮੇਰੇ ਘਰ ਪਰਿਵਾਰ 'ਚ ਜਾ ਕੇ, ਮੇਰੇ ਪਿੰਡ ਜਾ ਕੇ, ਔਰ ਇਸ ਰੰਜਿਸ਼ ਤਹਿਤ ਇਸ ਪਰਿਵਾਰ ਦੇ ਦੱਸਣ ਮੁਤਾਬਕ ਸੁਮਨਦੀਪ ਦਾ ਉਸ ਨੇ ਕਤਲ ਕੀਤਾ। ਸੋ ਬਰਨਾਲਾ ਜ਼ਿਲ੍ਹੇ ਦੇ ਪਿੰਡ ਨੈਣੇਵਾਲਾ ਤੋਂ ਕੈਮਰਾਮੈਨ ਸਵਰਨਜੀਤ ਸਿੰਘ ਦੇ ਨਾਲ ਕੁਲਦੀਪ ਕੋਲੀਆ, ਹਮਦਰਦ TV।